पूछ रहे हैं कितने सारे अलग देते हैं दावा जी हजूरी जी सब अलग देते हैं दावा का धन्यवाद है आज की इस दिन के समय दे रहे जो परमेश्वर ने ਤੁਹਾਡੀ और मेरी जिंदगी ਦੇ ਵਿੱਚ ਬਖਸ਼ਿਆ ਕਿ ਅੱਜ ਦੇ ਦਿਨ ਅਸੀਂ ਪ੍ਰਾਪਤ ਕਰ ਸਕੀਏ ਸਾਡੀ ਕਲੀਸਿਆ ਆਮੀਨ ਸਾਡੀ ਕਲੀਸਿਆ ਆਮੀਨ सारे तैयार हो खुदावंद का कलाम सुनने के लिए तैयार हो अपने मोबाइल फोन साइलेंट पे लगाओ कोई हिलचल ना करे मैं आज परमेश्वर के पवित्र कलाम दे विच तुहाडे नाल कुछ साझा करना चाहुंदा आज दे वचन दे विच यिर्मयाह दा पुस्तक ओपन करिए मेरे नाल आज दे वचन दा टाइटल है वी आर ਅਸੀਂ अलग किच मिलो अलग कैसे डिफरेंट है अपने आप को और ना ही संसार ਦੀਆਂ ਗੱਲਾਂ ਨੂੰ ਆਪਣੇ ਅੰਦਰ ਅਸੀਂ अलग ਕੀਤੇ बोलो हालेलुया 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 खुदावंद का धन्यवाद है बहुत ही आदरयोग समय दे रहे जो खुदावंद ने ਸਾਡੇ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਬਾਈਬਲ ਕਹਿੰਦਾ ਸਮਸੋਨ ਨਾਮ ਦਾ ਇੱਕ ਬੰਦਾ ਸੀਗਾ ਜਿਹਦਾ ਜ਼ਿਕਰ ਬਾਈਬਲ ਦੇ ਵਿੱਚ ਆਉਂਦਾ ਹੈ ਉਹਦੇ ਮਾਂ-ਬਾਪ ਨੂੰ ਖੁਦਾਵੰਦ ਨੇ ਪਹਿਲਾਂ ਹੀ ਆਖ ਦਿੱਤਾ ਸੀਗਾ ਕਿ ਜਦੋਂ ਸਮਸੋਨ ਆਪਣੀ ਮਾਂ ਦੀ ਕੁੱਖ ਦੇ ਵਿੱਚ ਸੀਗਾ ਔਰ ਉਹਦੀ ਮਾਂ ਨੂੰ ਆਖ ਦਿੱਤਾ ਸੀਗਾ ਕਿ ਇਹ ਨਿਆਰਾ ਕੀਤਾ ਹੋਇਆ ਪਰਸਨ ਬਲੈਸਡ ਕੀਤਾ ਹੋਇਆ ਪਰਸਨ ਮੇਰੀ ਕੌਮ ਦੇ ਲਈ ਮੇਰੇ ਲੋਕਾਂ ਦੇ ਲਈ ਹਾਲੇਲੂਇਆ ਹਾਲੇਲੂਇਆ ਅਲੱਗ ਡਿਫਰੈਂਟ ਬਾਈਬਲ ਕਹਿੰਦਾ ਉਹਦੇ ਬਾਲਾਂ ਦੇ ਵਿੱਚ ਤਾਕਤ ਸੀ ਉਹਦੇ ਬਾਲਾਂ ਦੇ ਵਿੱਚ ਸ਼ਕਤੀ ਸੀ ਉਹ ਇਕੱਲਾ ਹੀ 1000 ਬੰਦਿਆਂ ਨੂੰ ਮਾਰ ਦਿੰਦਾ ਸੀ ਇਕੱਲਾ ਹੀ 1000 ਦੁਸ਼ਮਣਾਂ ਨੂੰ ਮਾਰ ਦਿੰਦਾ ਸੀ ਕਾਰਨ ਉਹ ਪਰਮੇਸ਼ਰ ਦਾ ਅਲੱਗ ਕੀਤਾ ਹੋਇਆ ਪਰਸਨ ਸੀ और जब तक वो अलग रहे तब तक समर्थी रहा और जिस तरह ही संसार की अभिलाषा ਉਹਦੇ ਅੰਦਰ ਆਇਆ ਮਿਕਸ ਹੋਇਆ ਤੇ ਬਾਈਬਲ ਕਹਿੰਦਾ ਸ਼ੈਤਾਨ ਦੀ ਚਾਲ ਉਹਦੀ ਜ਼ਿੰਦਗੀ 'ਚ ਚੱਲੀ ਤੇ ਉਹਦਾ ਸਭ ਕੁਝ ਖਤਮ ਹੋ ਗਿਆ ਕਿੰਨੇ ਸਮਝ ਆ ਰਹੀ ਵੀ ਆ ਗਿਆ अपने आप को इस संसार ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਨਾ क्योंकि खुदावंद ने ਸਾਨੂੰ ਅਲੱਗ ਕੀਤਾ ਹੈ ਬਾਈਬਲ ਕਹਿੰਦਾ ਤੁਸੀਂ ਚਾਨਣ ਆਪਾਂ ਕੀ ਆ ਚਾਨਣ ਤਦ ਤੱਕ ਚਾਨਣ ਬਣਿਆ ਰਹਿੰਦਾ ਜਦ ਤੱਕ ਉਹ ਚਮਕਦਾ ਹਾਲੇਲੂਇਆ जब तक ਉਹਦੀ ਰੋਸ਼ਨੀ ਉਹਦੇ ਉੱਪਰ ਜਾਂ ਉਹਦੇ ਅੰਦਰੋਂ ਨਿਕਲਦੀ ਪਈ ਹੈ ਤਦ ਤੱਕ ਉਹ ਚੱਲਦਾ ਟਿਊਬ ਬੰਦ ਨੂੰ ਤਦ ਤੱਕ ਆਪਾਂ ਘਰ ਦੇ ਵਿੱਚ ਰੱਖਦੇ ਹਾਂ ਜਦ ਤੱਕ ਉਹ ਚੱਲਦਾ ਰਹਿੰਦਾ ਕੀ ਮੈਂ ਸੱਚ ਬੋਲ ਰਿਹਾ ਖੁਦਾਵੰਦ ਕਹਿੰਦੇ ਤੁਸੀਂ ਜੰਨਤ ਦੇ ਚਾਹ ਆਪਣੇ ਆਪ ਨੂੰ ਨਾਰਮਲ ਨਹੀਂ ਸਮਝਣਾ ਤੁਸੀਂ ਜੰਨਤ ਦੇ ਲੋਕ ਹੋ we are different ਆਪਾਂ ਅਲੱਗ ਮਿਕਸ ਨਹੀਂ ਕਰਨਾ ਨਾ ਹੋਣਾ ਤੇ ਨਾ ਹੋਣ ਦੇਣਾ ਸਾਡੀ ਕਲੀਸਿਆ ਆਮੀਨ ਨਾ ਮਿਕਸ ਹੋਣਾ ਤੇ ਨਾ ਹੋਣ ਦੇਣਾ ਕਿਉਂਕਿ ਆਪਾਂ ਅਲੱਗ ਹੀ ਖੁਦਾ ਦੇ ਨਿਆਰੇ ਖੁਦਾ ਦੇ ਪਿਆਰੇ ਲੋਕ ਹਾਂ ਔਰ ਪਿਆਰੇ ਹੀ ਬਣ ਕੇ ਰਹਿਣਾ ਯਾਰ उदों तक ਅਸੀਂ प्यारे बन के रह सकते जब तक ਅਸੀਂ अलग या अपने आप को अलग करके रखें बोलो हालेलुया 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 ਬਾਈਬਲ ਦੇ ਵਿੱਚ ਕੁਝ ਮੈਂ ਤੁਹਾਨੂੰ 6 ਰੈਫਰੈਂਸ ਪੜਾਉਣੇ ਬੜੇ ਅਦਬ ਦੇ ਨਾਲ ਮੈਂ 6 ਰੈਫਰੈਂਸ ਤੁਹਾਨੂੰ ਪੜਾਉਣੇ ਬਾਈਬਲ ਦੇ ਵਿੱਚੋਂ ਔਰ ਉਮੀਦ ਕਰਦਾ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕਲਾਮ ਨੂੰ ਸਮਝ ਸਕੋ ਆइए मेरे नाल अपना बाइबल ओपन करिए यिर्मयाह ਦਾ ਪੁਸਤਕ ਉਹਦਾ 1 ਨੰਬਰ ਅਧਿਆਇ ਔਰ ਉਹਦਾ 5 ਨੰਬਰ ਪਦ ਅਸੀਂ ਪੜ੍ਹਨਾ ਹੈ ਮੈਂ ਪੜ੍ਹਦਾ ਯਿਰਮੀਆ ਦਾ ਪੁਸਤਕ ਉਹਦਾ 1 ਨੰਬਰ ਅਧਿਆਇ ਉਹਦਾ 5 ਨੰਬਰ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਕਹਿੰਦੇ ਇਹ ਤੋਂ ਪਹਿਲਾਂ
कि मैं तुहानू ढिड विच साजिया। मैं फिर तो पढ़दा, ए तो पहला कि मैं तेनू ढिड विच साजिया मैं तेनू जानदा सा। ए तो पहला कि तू कुखों निकलिया मैं तेनू वखरा कीता। मैं तेनू कौमां दे लई नबी थापिया। हालेलुया हालेलुया हालेलुया। खुदावंद यिर्मयाह नूं आखदे आ, कहंदे तो पहला कि तू कुखों निकलदा मैं तेनू वखरा कर दित्ता सीगा अपने कौम दे लई कि तू प्रॉफिट बने। हालेलुया हालेलुया। आज ਅਸੀਂ खुदावंद ਦੀ ਹਜ਼ੂਰੀ ਦੇ ਵਿੱਚ ਆਏ ਆ। ਤੁਹਾਨੂੰ ਯਾਦ ਹੈ ਜਾਂ ਨਹੀਂ ਆ ਪਤਾ ਨਹੀਂ ਮੈਨੂੰ ਕਿ ਜਦੋਂ ਖੁਦਾਵੰਦ ਨੇ ਤੁਹਾਨੂੰ ਚੁਣਿਆ ਤੁਹਾਨੂੰ ਵੱਖਰਾ ਕਰ ਦਿੱਤਾ, ਅਲੱਗ ਕਰ ਦਿੱਤਾ। ਕਿਹੜੀਆਂ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ 'ਚ ਪਾਈਆਂ ਜਾਂਦੀਆਂ ਸੀ? ਬੁਰਾ ਦੇਖਣਾ, ਬੁਰਾ ਬੋਲਣਾ, ਬੁਰਾ ਕਰਨਾ, ਬੁਰਾ ਸਮਝਣਾ, ਬੁਰੀ ਥਿੰਕਿੰਗ, ਹਰ ਵਕਤ ਵਿਚਾਰ ਬੁਰੇ, ਹਰ ਵਕਤ ਸਾਡੇ ਨਾਲ ਬੁਰਾ 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 ਹੁੰਦਾ ਜਾਂਦਾ। खुदावंद ने फिर एक टाइम आया, अपना सच्चा साडे कोल बताया और सानू तो वखरा कीता। ठीक है ना, वखरा कीता, अलग कर दिता। उन्हां चीज़ां नूं साडे उपरों अलग कर दिता और उन्हां दोबारा तो फिर ਅਸੀਂ ਜੋੜਨ ਦੀ ਕੋਸ਼ਿਸ਼ ਨਾ ਕਰੀਏ। ਜਦੋਂ ਜੋੜਨ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਜੁੜੂਗੀਆਂ ਉਹ ਫਿਰ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਨਗੀਆਂ। ਹਾਲੇਲੂਇਆ ਹਾਲੇਲੂਇਆ। ਉਹ ਤੁਹਾਨੂੰ ਖੁਦਾਵੰਦ ਦੇ ਵਿੱਚ ਫਿਰ ਬਣੇ ਨਹੀਂ ਰਹਿਣਗੇ। बोलो हालेलुया हालेलुया। खुदावंद कहते मैं तेनू उदों तो अलग कर दिता जदों तू भुखों निकलिया सी। यिर्मयाह नूं खुदावंद आखदे, मैं फिर तो पढ़दा सुनो, कहते ए तो पहला कि मैं तेनू ढिड विच साजिया मैं तेनू जानदा सी। ए तो पहला कि तू भुखों निकलिया मैं तेनू वखरा कीता, मैं तेनू कौमां दे लई नबी भेजिया। हालेलुया हालेलुया। अगर खुदावंद ने सानू कुछ ਜ਼ਿੰਮੇਵਾਰੀਆਂ ਦਿੱਤੀਆਂ ਆ ਚਰਚ ਦੀਆਂ ਤੇ ਉਹਨੂੰ ਅਸੀਂ ਅਦਬ ਰੀਤੇ ਦੇ ਨਾਲ ਨਿਭਾਈਏ। ਚਾਹੇ ਉਹ ਬਚਾਉਣ ਵਾਲੇ ਆ, ਚਾਹੇ ਉਹ ਖਵਾਉਣ ਵਾਲੇ ਆ, ਚਾਹੇ ਉਹ ਚਰਚ ਦੀ ਕੇਅਰ ਕਰਨ ਵਾਲੇ ਆ, ਜੋ ਜ਼ਿੰਮੇਵਾਰੀ ਖੁਦਾਵੰਦ ਨੇ ਦਿੱਤੀ ਉਹਨੂੰ ਅੱਛੀ ਰੀਤੀ ਦੇ ਨਾਲ ਨਿਭਾਈਏ। ਕਿਉਂ? ਕਿਉਂਕਿ ਖੁਦਾਵੰਦ ਕਹਿੰਦੇ ਮੈਂ ਤੁਹਾਨੂੰ ਸਾਜਿਆ ਹੀ ਇਸ ਲਈ। ਹਾਲੇਲੂਇਆ ਹਾਲੇਲੂਇਆ। ਅੱਜ ਮੁਕਾਮ ਤੇ ਪਹੁੰਚੇ ਅਸੀਂ ਅਲੱਗ ਕੀਤੇ ਹੋਏ ਲੋਕ ना मिक्स होना ते ना मिक्स होने देना है। पढ़ते हैं बाइबल दे विच दूसरा रेफरेंस पहला पतरस दा पुस्तक, ओपन करिए मेरे नाल। पहला पतरस दा पुस्तक ओदा 2 नंबर अध्याय और ओदा 9 और 10 नंबर पंक्ति दे विच की लिखिया। मैं पढ़दा हां, तुसीं सुनो। पहला पतरस दा पुस्तक ओदा 2 नंबर अध्याय ओदा 9 और 10 नंबर पंक्ति च लिखिया, कहंदे पर तुसी चुनिया होया वंश है। हालेलुया हालेलुया। चुनिया होया मतलब अलग कीता होया, वी आर डिफरेंट। पर तुसी चुनिया होया वंश है, जातिकां दी शाही मंडली, पवित्र कौम, परमेश्वर दी खास प्रजा हो, ते तुसी ओदियां गुणां दा प्रचार करो जिने तुहानू हनेरे तो अपने अचरज चानण विच सद लिया। तुसी तां अगे प्रजा ही ना सीगे पर हुण परमेश्वर दी प्रजा हो गईयां। तुसां उते रहम ना होया सी पर हुण रहम होया सारी संगत। आमीन हालेलुया हालेलुया। समझ आ रही है जो मैं पढ़ रहा हूं? हां समझ आ रही है? लिखण वाला बहुत अच्छा लिखदा है तुहाडे मेरे। कहता पर तुसी चुनिया होया वंश, अपने आप को समझो कि अगर खुदावन ने सानू अलग कीता है पाप करन दे लिए नहीं, मिक्स जीवन जीवन दे लिए नहीं। बाइबल कहता तुसी चुनिया होया वंश है, पीढ़ी तो पीढ़ी खुदावन दे, पीढ़ी तो पीढ़ी तक खुदावन दे, जातिकां दी शाही मंडली इहदे दे विच लिखा पवित्र कौम, परमेश्वर दी खास प्रजा, वखरे कीते हुए लोग, अलग कीते हुए लोग। पहला कहते किरपा नहीं हुई सी पर हुण तुहाडे ते किरपा होई, पहला रहम नहीं होया सी कहते हुण तुहाडे ते रहम होया। ओदी कदर कर, ओनू बेकार नहीं समझना। हालेलुया हालेलुया। ओनू अपने नाल बना के रखना, उस किरपा नू तकड़ाई दे नाल फड़ के रखना है अपनी जिंदगी।
ਉਹੀ ਪਰਸਨ ਖੁਦਾਵੰਦ ਦੇ ਵੱਲੋਂ ਮਿਲੀ ਆਸ਼ੀਸ਼ ਨੂੰ, ਮਿਲੀ ਕਿਰਪਾ ਨੂੰ, ਮਿਲੇ ਪਵਿੱਤਰ ਆਤਮਾ ਨੂੰ ਸਾਂਭ ਸਕਦਾ ਆ ਜਿਹਨੇ ਸੰਸਾਰ ਤੋਂ ਆਪਣੇ ਆਪ ਨੂੰ ਅਲੱਗ ਕੀਤਾ। ਜਿਹੜਾ ਮਿਕਸ ਵਿੱਚ ਹੈਗਾ ਆ ਉਹਦੇ ਸੰਸਾਰ ਦੀਆਂ ਗੱਲਾਂ ਉਹਦੇ ਅੰਦਰ ਆ, ਉਹ ਬੰਦਾ ਉਸ ਕਿਰਪਾ ਦੀ ਸਾਂਭ ਨਹੀਂ ਕਰ ਸਕਦਾ। ਗੱਲ ਯਾਦ ਰੱਖਣਾ, ਕਿਉਂਕਿ ਜੋ ਗੱਲਾਂ ਉਹਦੇ ਅੰਦਰ ਪਾਈਆਂ ਜਾਂਦੀਆਂ ਆ ਸੰਸਾਰ ਦੀਆਂ, ਉਹ ਗੱਲਾਂ ਉਹਨੂੰ ਉਸ ਕਿਰਪਾ ਨੂੰ ਸਾਂਭਣ ਨਹੀਂ ਦੇਣਗੀਆਂ। ਜਦੋਂ ਅਗਰ ਸੰਸਾਰ ਦਾ ਪਾਪ ਉਹਦੇ ਅੰਦਰ ਪਾਇਆ ਜਾਂਦਾ ਤੇ ਖੁਦਾਵੰਦ ਵੱਲੋਂ ਮਿਲੀ ਪਵਿੱਤਰਤਾ ਦੀ ਉਹ ਸਾਂਭ ਨਹੀਂ ਕਰ ਸਕਦਾ। ਹਾਲੇਲੂਇਆ। ਬਾਈਬਲ ਕਹਿੰਦਾ ਸੀ ਚੁਣਿਆ ਹੋਇਆ ਵੰਸ਼, ਚੁਣੇ ਹੋਏ ਲੋਕ ਆ, ਡਿਫਰੈਂਟ ਕੀਤੇ ਹੋਏ, ਆਪਣੇ ਆਪ ਨੂੰ ਮਿਕਸ ਨਾ ਕਰੀਏ, ਆਪਣੇ ਆਪ ਨੂੰ ਮਿਕਸ ਨਾ ਕਰੀਏ, ਫਿਰ ਪਤਾ ਨਹੀਂ ਲੱਗਣਾ ਆ ਮਸੀਹ ਕੌਣ। ਅਗਰ ਮੈਂ ਮਸੀਹ ਆ, ਅਗਰ ਮੈਂ ਆਪਣੇ ਆਪ ਨੂੰ ਮਖੌਲੀਆਂ ਦੀ ਝੁੰਡੀ 'ਚ ਮਿਕਸ ਕਰ ਲੈਂਦਾ ਤੇ ਮੈਨੂੰ ਕੋਈ ਪਛਾਣ ਨਹੀਂ ਸਕਦਾ ਕਿ ਮੈਂ ਮਸੀਹ। ਸਮਝ ਰਹੇ ਮੇਰੀ ਗੱਲ? ਅਗਰ ਮੈਂ ਆਪਣੇ ਆਪ ਨੂੰ ਪਾਪੀ ਦੀ ਮੰਡਲੀ ਦੇ ਵਿੱਚ ਮਨਾ ਲਵਾਂ ਤੇ ਮੈਨੂੰ ਕੋਈ ਕਹਿ ਨਹੀਂ ਸਕਦਾ ਕਿ ਮੈਂ ਯਿਸੂ ਮਸੀਹ ਨੂੰ ਮੰਨਦਾ, ਕਿਉਂਕਿ ਅਸੀਂ ਅਲੱਗ ਕੀਤੇ ਹੋਏ ਹਾਂ। ਔਰ ਜਿਹੜਾ ਅਲੱਗ ਕੀਤਾ ਹੋਇਆ ਆ ਉਹ ਨੀਰੇ ਦੇ ਵਿੱਚ ਵੀ ਚੱਲ ਕੇ ਉੱਥੇ ਵੀ ਚਮਕੂਗਾ ਸਾਰੇ ਕਲੀਸਿਆ। ਆਮੀਨ। ਜਿਹਨੇ ਆਪਣੇ ਆਪ ਨੂੰ ਅਲੱਗ ਕੀਤਾ ਇਸ ਸੰਸਾਰ ਤੋਂ। ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਅਲੱਗ ਹੋ ਕੇ ਰਹੀਏ, ਉਹ ਸਾਨੂੰ ਮਿਕਸ ਕਰਨ ਦੀ ਕੋਸ਼ਿਸ਼ ਕਰਦਾ। ਬਾਈਬਲ ਕਹਿੰਦਾ ਉਹ ਭੁੱਖੇ ਸ਼ੇਰ ਦੀ ਤਰ੍ਹਾਂ ਪਾੜਨ ਦੇ ਲਈ ਖੜਾ ਕਿ ਕਿਹੜਾ ਅਲੱਗ ਹੋਇਆ ਉਹਨੂੰ ਫਿਰ ਤੋਂ ਮਿਕਸ ਕਰਾਂ। ਕਿੰਨੇ ਮੇਰੇ ਅੰਗ ਆਪਣੀ ਬੋਡੀ ਤੋਂ ਅਲੱਗ ਕੀਤੇ ਆ, ਮੈਂ ਫਿਰ ਤੋਂ ਦੁਬਾਰਾ ਉਹਦੀ ਜ਼ਿੰਦਗੀ ਨੂੰ ਜੋੜਾਂ। ਬਾਈਬਲ ਕਹਿੰਦਾ ਉਹ ਭੁੱਖੇ ਸ਼ੇਰ ਦੀ ਤਰ੍ਹਾਂ ਪਾੜਨ ਦੇ ਲਈ ਖੜਾ। ਕੀ ਮੈਂ ਸੱਚ ਬੋਲ ਰਿਹਾ? ਸਮਾਂ ਆ ਗਿਆ ਹੈ ਸ਼ੈਤਾਨ ਦਾ ਸਾਹਮਣਾ ਕਰਨ ਦੇ ਲਈ। ਕਿਤੇ ਸ਼ੈਤਾਨ ਦਾ ਡਟ ਕੇ ਸਾਹਮਣਾ ਕਰੋ, ਤੁਹਾਡੇ ਅੱਗੇ ਭੱਜ ਜਾਏ। ਕਿਹਦੇ ਅੱਗੇ ਭੱਜੇਗਾ? ਕਿਹਦੇ ਅੱਗੇ? ਹਰ ਕਿਸੇ ਦੇ ਅੱਗੇ ਨਹੀਂ ਭੱਜਦਾ। ਜਿਹੜਾ ਡਟ ਕੇ ਉਹਦਾ ਸਾਹਮਣਾ ਕਰਦਾ ਨਾ, ਉਹਦੇ ਅੱਗੇ ਭੱਜਦਾ। ਮੇਰੀ ਗੱਲ ਯਾਦ ਰੱਖਣਾ। ਬਾਈਬਲ ਚ ਤੁਹਾਨੂੰ ਮੈਂ ਹੋਰ ਰੈਫਰੈਂਸ ਦੇਣਾ ਹੈ, ਤੁਹਾਨੂੰ ਵਚਨ ਕਲੀਅਰ ਹੁੰਦਾ ਸ਼ੁਰੂ ਹੋ ਜਾਣਾ ਹੈ। ਰੋਮੀਆਂ ਦਾ ਪੁਸਤਕ ਮੇਰੇ ਨਾਲ ਓਪਨ ਕਰੀਏ। ਰੋਮੀਆਂ ਦਾ ਪੁਸਤਕ ਉਹਦਾ 12 ਨੰਬਰ ਅਧਿਆਇ, ਉਹਦਾ 2 ਨੰਬਰ ਪੰਕਤੀ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਹੋਇਆ ਆ। ਕਹਿੰਦਾ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਦੇ ਵਿੱਚ ਬਦਲਦੇ ਜਾਓ। ਕਿਉਂ? ਕਿਉਂਕਿ ਤੁਸੀਂ ਅਲੱਗ ਕੀਤੇ ਹੋਏ ਲੋਕ ਆ। ਇਹ ਵਚਨ ਉਹਨਾਂ ਲੋਕਾਂ ਦੇ ਨਾਲ ਗੱਲ ਕਰਦਾ ਹੈ ਜਿਹੜੇ ਖੁਦਾਵੰਦ ਨੂੰ ਪਿਆਰ ਕਰਦੇ ਆ, ਜਿਹੜੇ ਇਸ ਜਗਤ ਦੇ ਵਿੱਚੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਆ, ਕਿ ਜਾਣਦੇ ਆ ਕਿ ਖੁਦਾਵੰਦ ਨੇ ਸਾਨੂੰ ਅਲੱਗ ਕੀਤਾ, ਜਿਹੜੇ ਸਮਝਦੇ ਆ ਕਿ ਅਸੀਂ ਡਿਫਰੈਂਟ ਆ। ਇਹ ਵਚਨ ਉਹਨਾਂ ਦੇ ਨਾਲ ਗੱਲ ਕਰਦਾ। ਕਹਿੰਦਾ ਇਸ ਜਗਤ ਜਿਹੇ ਨੇ ਬਣਨਾ ਨਾ, ਜਗਤ ਨੂੰ ਆਪਣੇ ਜਿਹਾ ਬਣਾਉਣਾ। ਸਮਝ ਰਹੇ ਮੇਰੀ ਗੱਲ? ਅਗਰ ਜਗਤ ਤੁਹਾਡੇ ਅੰਦਰ ਆ ਗਿਆ ਤਾਂ ਤੁਸੀਂ ਉਹਦੇ ਵਰਗੇ ਬਣ ਜਾਓ। ਅਗਰ ਜਗਤ ਦੀ ਇੱਕ ਗੱਲ ਵੀ ਤੁਹਾਡੇ ਅੰਦਰ ਆ ਗਈ ਆ ਤੇ ਤੁਹਾਡੀ ਜਿਹੜੀ ਆਤਮਿਕਤਾ ਆ ਉਹ ਖਤਮ ਹੋ ਜਾਏਗੀ। ਬਾਈਬਲ ਕਹਿੰਦਾ ਇਸ ਜਗਤ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਦੇ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਕਿ ਪਰਮੇਸ਼ਵਰ ਦੀ ਚੰਗੀ ਅਤੇ ਮਨ ਪਾਉਂਦੀ ਔਰ ਪੂਰੀ ਇੱਛਾ ਮੇਰੀ ਜ਼ਿੰਦਗੀ ਚ ਕੀ ਹੈ। ਕਿਹੜਾ ਬੰਦਾ ਸਮਝ ਸਕਦਾ ਜਿਹਨੇ ਆਪਣੇ ਆਪ ਨੂੰ ਅਲੱਗ ਕੀਤਾ? ਜਿਹੜਾ ਸਮਝਦਾ ਆ ਕਿ ਖੁਦਾਵੰਦ ਨੇ ਸਾਨੂੰ ਅਗਰ ਚੁਣਿਆ ਆ ਤਾਂ ਉਹਨੇ ਅਲੱਗ ਕੀਤਾ। ਜਿਹੜਾ ਸਮਝ ਲੈਂਦਾ ਹੈ ਕਿ ਮੈਂ ਅਲੱਗ ਕੀਤਾ ਹੋਇਆ, ਉਹ ਇਹ ਵੀ ਸਮਝ ਪਾਏਗਾ ਕਿ ਪਰਮੇਸ਼ਵਰ ਨੂੰ ਚੰਗਾ ਕੀ ਲੱਗਦਾ ਮੇਰੀ ਜ਼ਿੰਦਗੀ ਦੇ ਵਿੱਚ ਔਰ ਬੁਰਾ ਕੀ ਲੱਗਦਾ। ਉਹ ਬੁਰਾਈ ਨੂੰ ਛੱਡੇਗਾ ਔਰ ਚੰਗਾਈ ਨੂੰ ਅਪਣਾਏਗਾ, ਅੱਛੀਆਂ ਗੱਲਾਂ ਨੂੰ ਆਪਣੇ ਨਾਲ ਅਪਣਾਏਗਾ। ਜਿਹੜਾ ਪਰਸਨ ਇਹ ਸਮਝਦਾ ਆ ਕਿ ਖੁਦਾਵੰਦ ਨੇ ਮੈਨੂੰ ਵੱਖਰੇ ਕਰਨ ਦੇ ਲਈ ਇਸ ਧਰਤੀ ਦੇ ਉੱਪਰ ਭੇਜਿਆ, ਜਿੱਦਾਂ ਇਬਰਾਹਿਮ ਨੂੰ ਵੱਖਰਾ ਕੀਤਾ, ਕਹਿੰਦੇ ਆਪਣੇ ਘਰ ਆਪਣੇ ਪਿਓ ਨੂੰ ਛੱਡ ਤੇ ਜਿੱਥੇ ਮੈਂ ਤੈਨੂੰ ਕਹਿੰਦਾ ਉੱਥੇ ਚੱਲ, ਉਹਨੂੰ ਵੱਖਰਾ ਕਰ। ਕਿ ਮੈਂ ਸੱਚ ਬੋਲ ਰਿਹਾ? ਜੋ ਬਾਈਬਲ ਪੜ੍ਹਦੇ ਇਸ ਤਰ੍ਹਾਂ ਹੀ ਹੈ।
ਅਸੀਂ ਵੀ ਜਦੋਂ ਖੁਦਾਵੰਦ ਨੇ ਸਾਨੂੰ ਵੱਖਰਾ ਨਹੀਂ ਕੀਤਾ ਸੀਗਾ, ਆਪਾਂ ਵੀ ਮਸਤੀਆਂ ਦੇ ਵਿੱਚ ਸੀ। ਆਪਾਂ ਵੀ ਆਪਣੇ ਸਮੇਂ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਸੀਗੇ। ਜੋ ਅੱਛਾ ਲੱਗਦਾ ਉਹ ਕਰੋ, ਜੋ ਬੁਰਾ ਲੱਗਦਾ ਉਹ ਵੀ ਕਰੀ ਚਲੋ, ਨੋ ਪ੍ਰੋਬਲਮ। ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ, ਕੋਈ ਕਹਿਣ ਵਾਲਾ ਨਹੀਂ, ਕੋਈ ਆਤਮਾ ਇਦਾਂ ਦਾ ਨਹੀਂ ਜਿਹੜਾ ਘਾਇਲ ਕਰੇ, ਸੀਗਾ ਹੀ ਨਹੀਂ। ਕਿਉਂਕਿ ਆਪਾਂ ਜਗਤ ਦੇ ਵਿੱਚ ਰਲੇ ਹੋਏ ਸੀ। ਫਿਰ ਕੀ ਹੋਇਆ? ਇੱਕ ਦਿਨ ਇੱਕ ਦਿਨ ਖੁਦਾਵੰਦ ਦੀ ਨਜ਼ਰ ਪਈ ਔਰ ਖੁਦਾਵੰਦ ਨੇ ਸਾਨੂੰ ਅਲੱਗ ਕਰ ਦਿੱਤਾ। ਖੁਦਾ ਅਬਰਾਹਮ ਨੂੰ ਕਹਿੰਦੇ ਨੇ ਜੇ ਉੱਥੇ ਰਹਿੰਦਾ ਤੇ ਸ਼ਾਇਦ ਬਾਤ ਹੀ ਰਹਿ ਜਾਂਦਾ, ਬੱਚੇ ਦੀ ਆਸ਼ੀਸ਼ ਦੇਖੀ ਨਹੀਂ ਪਾਉਂਦਾ, ਪਰ ਉਹ ਅਲੱਗ ਹੋਇਆ। ਫਿਰ ਖੁਦਾਵੰਦ ਨੇ ਆਪਣੇ ਤਰੀਕੇ ਦੇ ਨਾਲ ਉਹਨੂੰ ਤਰਾਸ਼ਿਆ। ਕੁਮਾਰ ਦੇ ਵਿੱਚ ਅਗਰ ਸਾਰੀ ਮਿੱਟੀ ਦੇ ਦੋਗੇ ਤੇ ਉਹ ਵਧੀਆ ਆਕਾਰ ਬਣਾ ਦੇਗਾ, ਅਗਰ ਥੋੜੀ ਦੋਗੇ ਤਾਂ ਥੋੜਾ ਆਕਾਰ ਬਣੇਗਾ, ਅਗਰ ਸਾਰੀ ਦੇ ਦੋਗੇ ਤਾਂ ਬਹੁਤ ਅੱਛਾ ਬਰਤਨ ਬਣਾ ਕੇ ਤੁਹਾਨੂੰ ਪੇਸ਼ ਕਰ ਦੇਗਾ। ਸਾਰੀ ਕਲੀਸਿਆ ਹਾਲੇਲੂਇਆ। समझ पाया? पता नहीं लगता? समझ आ रही है? मैं फिर तो रिपीट करता, कहता इस जगत के रूप ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਦੇ ਵਿੱਚ ਬਦਲਦੇ ਜਾਓ। ਮਤਲਬ ਅਗਰ ਤੁਹਾਨੂੰ ਲੱਗਦਾ ਕਿ ਅੱਜ ਵੀ ਸੰਸਾਰਿਕ ਗੱਲਾਂ ਸਾਡੀ ਜ਼ਿੰਦਗੀ ਚ ਪਾਈਆਂ ਜਾਂਦੀਆਂ, ਆਪਣੇ ਆਪ ਨੂੰ ਅਲੱਗ ਵੱਖਰਾ ਕਰ, ਜਗਤ ਦੇ ਰੂਪ ਜਿਹੇ ਨਾ ਬਣੋ, ਹੋਰ ਸਰੂਪ ਦੇ ਵਿੱਚ ਬਦਲਦੇ ਜਾਓ ਆਪਣੀ ਬੁੱਧ ਦੇ ਨਵੇਂ ਹੋਣ ਦੇ ਕਰਕੇ। ਅੱਛੀ ਸਮਝ ਖੁਦਾਵੰਦ ਦੇ ਕੋਲੋਂ ਮੰਗੋ। ਕਹਿੰਦੇ ਜਿਹਨੂੰ ਬੁੱਧ ਦਾ ਘਾਟਾ ਉਹ ਮੇਰੇ ਕੋਲੋਂ ਮੰਗੇ। ਖੁਦਾਵੰਦ ਕਹਿੰਦਾ ਪਰ ਮੰਗੇ ਤਾਂ ਸਹੀ। ਬਾਈਬਲ ਕਹਿੰਦਾ ਮੰਗਣ ਵਾਲੇ ਨੂੰ ਮੰਗਣ ਵਾਲੇ ਚੁੱਪ ਬੈਠਣ ਵਾਲੇ, ਚਾਹੇ ਉਹ ਆਰਾਧਨਾ ਚ ਚੁੱਪ ਬੈਠਾ ਹੈ, ਚਾਹੇ ਉਹ ਥੈਂਕਸ ਗਿਵਿੰਗ ਦੇ ਵਿੱਚ ਚੁੱਪ ਬੈਠਾ ਹੈ, ਚਾਹੇ ਉਹ ਜਿਹੜੇ ਵੀ ਸੈਕਸ਼ਨ ਦੇ ਵਿੱਚ ਚੁੱਪ ਬੈਠਾ ਹੈ, ਬਰਕਤ ਨਹੀਂ ਮਿਲਣੀ। ਬਾਈਬਲ ਕਹਿੰਦਾ ਮੰਗਣ ਵਾਲੇ ਨੂੰ, ਜਿਹੜਾ ਮੰਗਦਾ ਹੈ। ਹਾਲੇਲੂਇਆ। ਪਿਆਸਾ ਜਦ ਤੱਕ ਕਹੂਗਾ ਨਹੀਂ ਕਿ ਮੈਨੂੰ ਪਿਆਸ ਲੱਗੀ ਜਾਂ ਮੈਨੂੰ ਪਾਣੀ ਚਾਹੀਦਾ, ਕੋਈ ਵੀ ਉਹਨੂੰ ਦੇਵੇਗਾ। ਔਰ ਬਾਈਬਲ ਦੇ ਵਿੱਚ ਤੁਹਾਨੂੰ ਹੋਰ ਰੈਫਰੈਂਸ ਦੇਣਾ ਹੈ। ਆਈਏ ਮੇਰੇ ਨਾਲ ਓਪਨ ਕਰੀਏ ਫਿਲਿੱਪੀਆਂ ਦਾ ਪੁਸਤਕ, ਫਿਲਿੱਪੀਆਂ ਦਾ ਪੁਸਤਕ ਉਹਦਾ 2 ਨੰਬਰ ਅਧਿਆਇ, ਉਹਦਾ 14 ਤੋਂ 18 ਨੰਬਰ ਪੰਕਤੀ ਤੱਕ ਮੈਂ ਪੜ੍ਹਨਾ ਹੈ, ਤੁਸੀਂ ਸੁਣਨਾ ਹੈ ਬੜੇ ਧਿਆਨ ਦੇ ਨਾਲ। ਲਿਖਿਆ, ਤੁਸੀਂ ਸਭੇ ਕੰਮ ਗੁੜ ਅਤੇ ਝਗੜੇ ਕਰਨ ਤੋਂ ਬਿਨਾਂ ਕਰੋ, ਵੀ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਦੇ ਹੋ ਕੇ ਵਿਧੀ ਦੇ ਦੀ ਪੀੜ੍ਹੀ ਵਿੱਚ ਪਰਮੇਸ਼ਵਰ ਦੇ ਨਿਰਮਲ ਬਾਲਕ ਬਣੇ। ਕਿੰਨੇ ਜਣਿਆਂ ਨੂੰ ਸਮਝਦਾ? ਗੱਲ ਗੌਰ ਕਰਨ ਵਾਲੀ ਹੈ। ਫੋਕਸ ਕਰੋ ਬਚਨ ਦੇ ਉੱਪਰ, ਧਿਆਨ ਦਿਓ ਕੀ ਮੈਂ ਬੋਲ ਰਿਹਾ। ਮੈਂ ਫਿਰ ਤੋਂ ਪੜ੍ਹਨਾ ਹੈ। ਲਿਖਿਆ, ਤੁਸੀਂ ਸਾਰੇ ਕੰਮ ਗੁੜ ਔਰ ਝਗੜੇ ਕਰਨ ਤੋਂ ਬਿਨਾਂ ਕਰੋ, ਲੜਾਈ ਝਗੜੇ ਤੋਂ ਬਿਨਾਂ, ਬਹਿਸਬਾਜ਼ੀ ਤੋਂ ਬਿਨਾਂ ਕਰੋ, ਭਾਈ ਤੁਸੀਂ ਨਿਰਦੋਸ਼ ਔਰ ਸਿੱਧੇ ਸਾਦੇ ਹੋ ਕੇ ਵਿਗੀ ਟੇਢੀ ਪੀੜ੍ਹੀ, ਤੁਹਾਨੂੰ ਖੁਦਾਵੰਦ ਨੇ ਸਿੱਧੇ ਸਾਦੇ ਬਣਾਇਆ ਆ, ਔਰ ਵਿਗੀ ਟੇਢੀ ਜਿਹੜੀ ਪੀੜ੍ਹੀ ਆ ਉਹਦੇ ਵਿੱਚ ਕਹਿੰਦੇ ਪਰਮੇਸ਼ਵਰ ਦੇ ਨਿਰਮਲ ਬਾਲਕ ਬਣੇ। ਮਤਲਬ ਸੰਸਾਰ ਦੇ ਵਿੱਚ ਰਹਿੰਦੇ ਆ ਸੁਣਦੇ ਆ ਵੀ ਸਿੱਧੇ ਸਾਦੇ ਬਣੇ। ਹਾਲੇਲੂਇਆ। ਕਿਉਂਕਿ ਅਸੀਂ ਅਲੱਗ ਕੀਤੇ। ਖੁਦਾਵੰਦ ਨੇ ਤੁਹਾਨੂੰ ਤੇ ਮੈਨੂੰ ਕੀ ਕੀਤਾ ਆ? ਸਿੱਧੇ ਸਾਦੇ ਬਣਾਇਆ ਔਰ ਅਲੱਗ ਕੀਤਾ ਹੈ। ਵਿਗੀ ਟੇਢੀ ਚਾਲ ਨਹੀਂ ਚੱਲਦੀ, ਵਿਗੇ ਟੇਢੇ ਨਹੀਂ ਹੋਣਾ। ਖੁਦਾਵੰਦ ਸਿੱਧੇ ਸਾਦੇ ਲੋਕਾਂ ਨੂੰ ਪਸੰਦ ਕਰਦਾ। ਬਾਈਬਲ ਕਹਿੰਦਾ ਸ਼ੁੱਧ ਮਨ ਵਾਲੇ ਪਰਮੇਸ਼ਵਰ ਨੂੰ ਦੇਖਣਾ। ਤੁਹਾਨੂੰ ਕੀ ਲੱਗਦਾ ਤੁਸੀਂ ਪ੍ਰਾਰਥਨਾ ਕਰੋਗੇ ਮੁਕਤੀਆਂ ਚ ਹੋ ਕੇ ਤੁਹਾਨੂੰ ਦਰਸ਼ਨ ਹੋ ਜੂਗਾ ਖੁਦਾ ਦਾ? ਜਦੋਂ ਉਹ ਬਦਲਾਂ ਦੇ ਉੱਪਰ ਆਏਗਾ, ਵੇਖਣਗੇ ਸ਼ੁੱਧ ਮਨ ਵਾਲੇ ਔਰ ਨਾਲ ਲੈ ਕੇ ਜਾਏ ਜਾਣਗੇ। ਹਾਲੇਲੂਇਆ। ਜਿਨ੍ਹਾਂ ਦੇ ਮਨ ਸ਼ੁੱਧ, ਜਿਨ੍ਹਾਂ ਦੀ ਚਾਲ ਸਿੱਧੀ ਆ, ਜਿਨ੍ਹਾਂ ਨੇ ਆਪਣੇ ਆਪ ਨੂੰ ਵੱਖਰਾ ਕਰਕੇ ਰੱਖਿਆ ਆ ਖੁਦਾਵੰਦ ਦੇ ਨਾਮ ਤੇ, ਜਿਨ੍ਹਾਂ ਨੇ ਆਪਣੇ ਆਪ ਨੂੰ ਮਿਕਸ ਨਹੀਂ ਹੋਣ ਦਿੱਤਾ ਜਗਤ ਦੇ ਵਿੱਚ, ਨਾ ਜਗਤ ਨੂੰ ਆਪਣੇ ਅੰਦਰ ਮਿਕਸ ਹੋਣ ਦਿੱਤਾ, ਜਿਨ੍ਹਾਂ ਨੇ ਆਪਣੇ ਉੱਪਰ ਹੋਈ ਕਿਰਪਾ ਦੀ ਸਾਂਭ ਕੀਤੀ, ਆਪਣੀ ਪਵਿੱਤਰਤਾ ਨੂੰ ਫੜ ਕੇ ਰੱਖਿਆ, ਜਿਨ੍ਹਾਂ ਨੇ ਸੂਰ ਦੇ ਨਾਲ ਇਸ਼ਨਾਨ ਰੱਖੋ ਨਾ। ਤੁਹਾਨੂੰ ਪਤਾ ਅਗਰ ਤੁਸੀਂ ਇਹਨੂੰ ਜ਼ੋਰ ਦੇ ਨਾਲ ਮੁੱਠੀ ਨੂੰ ਬੰਦ ਕਰ ਲਓਗੇ ਤੇ ਇਹ ਖੋਲੀ ਨਹੀਂ ਜਾਏਗੀ ਕਿਸੇ ਦੇ। ਅਗਰ ਤੁਸੀਂ ਇਹਨੂੰ ਜ਼ੋਰ ਦੇ ਨਾਲ ਬੰਦ ਕੀਤਾ, ਜ਼ੋਰ ਕਿੱਥੋਂ ਆਣਾ? ਪਰਮੇਸ਼ਵਰ।
ਇਹਦੇ ਵਿੱਚ ਬਰਕਤ ਹੈ ਤੁਹਾਡੀ। ਅਗਰ ਤੁਹਾਡੀਆਂ ਉਂਗਲੀਆਂ ਤੁਹਾਡੇ ਹੱਥ ਮਜ਼ਬੂਤ ਆ ਤੇ ਸ਼ੈਤਾਨ ਨੂੰ ਖੋਲ ਨਹੀਂ ਸਕਦਾ, ਤੁਹਾਡੀ ਬਰਕਤ ਚੁਰਾ ਨਹੀਂ ਸਕਦਾ। ਚੁਰਾਉਂਦਾ ਕਿਹਦੀ ਹੈ? ਜਿੱਦਾਂ ਹੱਥ ਕਮਜ਼ੋਰ ਹੈ ਤੇ ਲਾਇਆ ਬਿਮਾਰ ਹੈ। ਕਿੰਨੇ ਸਮਝ ਪਏ? ਇਸੇ ਲਈ ਬਹੁਤੇ ਲੋਕ ਜਿਹੜੇ ਆ ਖੁਦਾ ਦੇ ਵਿੱਚ ਚੱਲ ਨਹੀਂ ਪਾਉਂਦੇ, ਕਿਉਂਕਿ ਉਹ ਆਪਣੇ ਆਤਮਕ ਹੱਥਾਂ ਨੂੰ ਮਜ਼ਬੂਤ ਨਹੀਂ ਕਰ ਪਾਉਂਦੇ। ਪਰਮੇਸ਼ਵਰ ਬਰਕਤ ਦਿੰਦਾ ਹੈ ਉਹਨਾਂ ਦੇ ਹੱਥਾਂ ਦੇ ਉੱਪਰ, ਪਰ ਹੱਥ ਕਮਜ਼ੋਰ ਆ, ਸਾਂਭ ਨਹੀਂ ਸਕਦੇ। तो कृपा हो ही नहीं सारे तो जो बिना कृपा दे खुदा दी हजूरी च नहीं। किसे जो भूत निकले, किसे जो बीमारी निकली, किसे जो गंदी आदत नशा निकलिया, ये कृपा है। कोई बिना कृपा दे खुदावंद दे कोल नहीं आया, खुदावंद ने हत्थां दे ऊपर दित्ती है। बस आसान बनी हुई क्यों? क्योंकि हाथ कमजोर से शैतान ने मिनट च बोले। बाइबल कहता है पाड़न दे लेके कोई मौका दबे तो वो ਤੁਹਾਡੀ ਆਸ਼ੀਸ਼ ਚੁਰਾ ਲਵੇ, ਉਹ ਤੁਹਾਨੂੰ ਮਿਕਸ ਕਰ ਦੇਵੇ ਸੰਸਾਰ ਦੇ ਵਿੱਚ। ਹਾਲੇਲੂਇਆ। ਮੈਂ ਕੰਟੀਨਿਊ ਕਰਦਾ ਹਾਂ, ਸੁਣੋ ਬੜੇ ਧਿਆਨ ਦੇ ਨਾਲ। ਕਹਿੰਦਾ ਭਈ ਤੁਸੀਂ ਨਿਰਦੋਸ਼ ਔਰ ਸਿੱਧੇ ਸਾਦੇ ਹੋ ਕੇ ਬੀਤੀ ਟੇਢੀ ਪੀੜੀ ਵਿੱਚ ਪਰਮੇਸ਼ਵਰ ਦੇ ਨਿਰਮਲ ਬਾਲਕ ਬਣੇ ਰਹੋ, ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਗੂ ਦਿਸਦੇ ਹੋ। ਹਾਲੇਲੂਇਆ। ਤੁਸੀਂ ਜੋਤਾਂ ਦੇ ਵਾਂਗੂ ਦਿਸਦੇ ਆ, ਕਿਉਂ? ਕਿਉਂਕਿ ਅਲੱਗ ਕੀਤੇ ਹੋਏ ਆ। ਖੁਦਾਵੰਦ ਨੂੰ ਚਮਕਦਾ ਹੋਇਆ ਬੰਦਾ ਜਗਤ ਦੇ ਵਿੱਚ ਦਿਖਦਾ ਆ, ਉਹੀ ਦਿਖਦਾ ਜਿਹਨੇ ਆਪਣੇ ਆਪ ਨੂੰ ਅਲੱਗ ਕੀਤਾ ਹੋਇਆ ਹੈ। ਪੂਰਾ ਕੁਝ ਅਗਰ ਸਫੇਦ ਹੋਏਗਾ, ਉਹਦੇ ਉੱਪਰ ਅਗਰ ਬਲੈਕ ਡਾਊਟ ਹੋਏਗਾ ਤਾਂ ਦਿਖੇਗਾ। अगर सारे ने चिट्टे कपड़े पाए हो तो एक काला कपड़ा पा के आ जावे तो वो अलग लगेगा, लगेगा कि नहीं लगेगा? कि मैं सच बोल रहा? मैं संगत दे नाल गल कर जिन्हां नूं खुदावंद ने जुबान दी। हालेलुया। हालेलुया। मैं कह जे सारे सफेद कपड़े पा के आ जाण और एक ने काले पाए होण, वो अलग दिखेगा। इसी तरह खुदावंद दे ऊपर देखदा आ ਤੇ ਉਹ ਸਮਝਦਾ ਆ, ਸੋਚਦਾ, ਉਹ ਵਿਚਾਰਦਾ ਆ ਕਿ ਮੈਨੂੰ ਅੱਲਾਹ ਕੀਤਾ ਹੋਇਆ। ਉਹਦੀ ਨਜ਼ਰ ਹੀ ਉਹਦੇ ਉੱਪਰ ਪੈਣੀ ਆ ਜਿਹੜਾ ਵੱਖਰਾ ਕੀਤਾ ਹੋਇਆ ਸੀਗਾ, ਔਰ ਜਿਹਨੇ ਆਪਣੇ ਆਪ ਨੂੰ ਵੱਖਰਾ ਕਰਕੇ ਰੱਖਿਆ। ਤੇ ਕਿਉਂ ਨਾ ਬਰਕਤ ਪਾਏਗਾ, ਕਿਉਂ ਨਾ ਆਸ਼ੀਸ਼ ਪਾਏਗਾ, ਕਿਉਂ ਨਾ ਸਵਰਗ ਦਾ ਅਧਿਕਾਰੀ ਹੋਏਗਾ, ਕਿਉਂ ਨਹੀਂ ਸਵਰਗ ਦੇ ਦਰਵਾਜ਼ੇ ਉੱਤੇ ਲਿਖੇ, ਜਿਹਨੇ ਆਪਣੇ ਆਪ ਨੂੰ ਅਲੱਗ ਕਰਕੇ ਰੱਖਿਆ। ਹਾਲੇਲੂਇਆ। ਬਾਈਬਲ ਕਹਿੰਦਾ ਆ कि तुसी जगत दे जोतां वांगू दिसदे आ। खुदावंद नूं जगत दे ऊपर रोशनी दी तरह कि उस जगह दे ऊपर रोशनी आ, खुदावंद दी नजर पैंदी आ। किदां? जदों असीं अलग कीता होया अपने आप, तुसी जगत दे चानण चमकदा है। हालेलुया। और हर संडे असीं खुदा दी हजूरी चाहते हैं, काहदे लई? वाश बचदी जावे, चमक जिहड़ी आ बरकरार रहे कि खुदावंद देखे तां ओनूं बंदा चमकदा ही नजर आना चाहिए। साडी कलीसिया हालेलुया। आपने क्या जीवन का वचन पेश करते हो ताकि मसीह के दिन मैनू अपमान करने का था होवे, मैं मेरी दौड़ अते मेरी मेहनत अकार्थ ना जावे। संत पौल फिलिपियां नूं आखदे आ, उस दे लोकां नूं आखदे आ, चिट्ठी लिखदे आ, कहंदे मेरी मेहनत जड़ी आ तुहाडे लई बेकार ना जावे। अपने आप नूं वखरा ही करके रखो, अपने आप नूं मिक्स ना करियो कि उस दिन जदों खुदावंद ने अपने लोकां नूं लैण दे लई आना मैनूं अपमान होवे कि हाँ मेरे द्वारा बचाए गए, मेरे द्वारा अलग किए हुए, खुदावंद दा वचन मेरे द्वारा इन्हां दी जिंदगियां दे विच ठहर गया है। हालेलुया। संत पौल कहते जीवन दा वचन पेश करदे हो तां जो मसीह दे दिन मैनूं अपमान करन दा था होवे, ते मेरी दौड़ मेरी मेहनत बेकार नहीं गई। पर भावें मैं तुहाडी निश्चय ते बलिदान ते सेवकाई उत्ते वहाया जांदा है तां भी मैं आनंद करदा आ अते तुहानू सबना नू ਵਧਾਈਆਂ ਦਿੰਦਾ ਆ। इसी तरह ਤੁਸੀਂ भी आनंद करो और ਮੈਨੂੰ ਵਧਾਈਆਂ ਦਿਓ। बोलो हालेलुया। हालेलुया। कंग्रेचुलेशन करता है क्योंकि ਅਸੀਂ अलग ਕੀਤੇ ਹੋਏ ਲੋਕ, डिफरेंट ਕੀਤੇ ਹੋਏ ਲੋਕ, और ਵਧਾਈਆਂ ਉਹਦੇ ਤੱਕ ਹੀ ਪਹੁੰਚਦੀਆਂ ਆ ਜਿਹਨੇ ਆਪਣੇ ਆਪ ਨੂੰ अलग ਕੀਤਾ। ਕਿਸੇ ਨੂੰ ਕੋਈ ਬਰਕਤ ਮਿਲਦੀ ਹੈ, ਵਧਾਈਆਂ मिलती है कि नहीं मिलती? किसी को अगर आत्मक तौर पर देखा जाए, किसी को पवित्र आत्मा मिलता, आप सारे उन्हें ਵਧਾਈਆਂ ਦਿੰਦੇ।
ਪਤਾ ਨਹੀਂ ਤੁਸੀਂ ਦਿੰਦੇ ਕਿ ਨਹੀਂ ਦਿੰਦੇ, ਮੈਂ ਦਿੰਦਾ। ਉਸ ਪਰਸਨ ਨੂੰ ਪਵਿੱਤਰ ਆਤਮਾ ਮਿਲਦਾ ਜਿਹਨੇ ਆਪਣੇ ਆਪ ਨੂੰ ਅੱਲਾ ਕੀਤਾ ਹੋਇਆ। ਮਿਕਸ ਜੀਵਨ ਜੀਣ ਵਾਲੇ ਬੰਦੇ ਦੇ ਉੱਪਰ ਕਦੇ ਵੀ ਪਾਪ ਨੂੰ ਕਰੇਗਾ ਨਹੀਂ। ਇਹ ਗੱਲ ਯਾਦ ਰੱਖਣਾ। ਅਗਰ ਉਹ ਗੈਰ ਭਾਸ਼ਾ ਬੋਲਿਆ ਤੇ ਉਹ ਢੋਂਗੀ ਹੈ, ਮੇਰੀ ਗੱਲ ਯਾਦ ਰੱਖਣਾ। ਉਹਦਾ ਜੀਵਨ ਮਿਕਸ ਆ ਔਰ ਤੁਸੀਂ ਸੋਚੋ ਕਿ ਉਹ ਗੈਰ ਭਾਸ਼ਾ ਬੋਲਦਾ ਪਿਆ ਆ, ਇਹਦਾ ਮਤਲਬ ਉਹ ਢੋਂਗੀ ਹੈ ਔਰ ਇਹ ਆਪਣੇ ਆਪ ਨੂੰ ਵੱਖਰਾ ਨਹੀਂ ਕੀਤਾ। क्योंकि अगर कल्ला पवित्र आत्मा पाया है, सालों साल हो गए हैं और ना पवित्र आत्मा दे वरदान साडे अंदर है, ना पवित्र आत्मा दे फल साडे अंदर है, तो इसका मतलब साडे अंदर कुछ मिक्स हो गया है संसार। या सी संसार दे विच मिक्स हो गया, क्योंकि बाइबल कहता पवित्र आत्मा दा दान पाओ, उस तो बाद पवित्र आत्मा दी शक्ति पाओ, फिर दान पवित्र आत्मा दे पाओ, वरदान पाओ, फल पाओ, सारा कुछ है, पर साडे अंदर नहीं है। इसका मतलब कुछ मिक्स हो गया साडे। इन्हें समझ पाए? पवित्र आत्मा के फल भी है, पवित्र आत्मा के वरदान भी है, गिफ्ट भी है। अगर साडी जिंदगी च पवित्र आत्मा आउण तो बाद अगर सानू हासिल नहीं होए तो इसका मतलब साडे अंदर कुछ मिक्स हो गया। अगर ਅਸੀਂ बीमार है, सानू प्रार्थना करन दे दौरान भी चंगाई नहीं मिल रही है, इसका मतलब कुछ मिक्स हैगा यार। बाइबल कहता है अगर तेनू पता लगदा कि तेरा सच्चा हाथ तेरे को पाप कराता है, तो बाइबल कहता है तो वट समझ की कर ਇਹਨੂੰ ਵਟ ਸਮਝ। ਕਹਿੰਦਾ ਤੇਰਾ ਪੂਰਾ ਸਰੀਰ ਹੋਵੇ ਔਰ ਤੂੰ ਨਰਕ ਦੇ ਵਿੱਚ ਜਾਵੇਂ, ਇਹਦੇ ਨਾਲੋਂ ਚੰਗਾ ਆ ਤੂੰ ਟੁੰਡਾ ਹੋਵੇ ਔਰ ਕਿੱਥੇ ਜਾਵੇਂ? ਕਹਿੰਦਾ ਤੇਰਾ ਟੁੰਡਾ ਹੋ ਕੇ ਬਿਨਾ ਹੱਥ ਦੇ ਤੇਰਾ ਕਹਿੰਦਾ ਸੁਰਗ ਦੇ ਵਿੱਚ ਜਾਣਾ ਚਾਹੀਦਾ, ਕਿ ਤੇਰਾ ਪੂਰਾ ਸਰੀਰ ਹੋਵੇ ਔਰ ਤੂੰ ਨਰਕ ਦੇ ਵਿੱਚ ਜਾਵੇਂ। ਇਹ ਤੈਨੂੰ ਪਤਾ ਲੱਗਦਾ ਆ ਕਿ ਤੇਰੀ ਅੱਖ ਤੇ ਤੋਂ ਪਾਪ ਕਰਦੀ ਹੈ, ਕਾਹਦੇ ਆਪਣੇ ਤੋਂ ਦੂਰ ਕਰ। मतलब समझ रहे हो? नहीं, कुछ लोग नहीं समझे, अन्य हो गए ना आज हो गया। हाँ, हाथ तो बढ़ा के ना आज ना क्लियर कर दवा पहला कौन के पास से क्या सी ਤੁਹਾਨੂੰ ਲੱਗਦਾ ਕਿ ਤੁਹਾਡੇ ਹੱਥ ਕੰਟਰੋਲ ਦੇ ਵਿੱਚ ਨਹੀਂ ਹੈ, ਤੁਹਾਨੂੰ ਲੱਗਦਾ ਤੁਹਾਡੀ ਅੱਖਾਂ ਕੰਟਰੋਲ ਦੇ ਵਿੱਚ ਨਹੀਂ ਹੈ, ਪੂਰਾ ਦੇਖਣ ਤੇ ਆਪਣੇ ਆਪ ਨੂੰ ਅਲੱਗ ਕਰ ਦੋ, ਵੱਖਰਾ ਕਰ ਦੋ। ਤੁਹਾਨੂੰ ਲੱਗਦਾ ਉਸ ਪਰਸਨ ਦੇ ਨਾਲ ਮਿਲਣ ਦੇ ਨਾਲ ਤੁਹਾਡੇ ਤੋਂ ਪਾਪ ਹੁੰਦਾ ਹੈ, ਉਹਨੇ ਮਿਲਣਾ ਬੰਦ ਕਰ ਦਿਓ। ਤੁਹਾਨੂੰ ਲੱਗਦਾ ਉਸ ਪਿੰਡ ਉਸ ਸ਼ਹਿਰ ਉਹਦੇ ਪਰਸਨ ਦੇ ਘਰ ਜਾਂਦੇ ਜਦੋਂ ਤੁਸੀਂ ਤੁਰ ਕੇ ਤੁਹਾਨੂੰ ਲੱਗਦਾ ਕਿ ਤੁਹਾਡੇ ਪੈਰ ਤੋਂ ਪਾਪ ਕਰਾਉਂਦੇ ਆ, ਉਧਰ ਜਾਣਾ ਬੰਦ ਕਰ ਦਿਓ। ਆਪਣੇ ਆਪ ਨੂੰ ਅਲੱਗ ਕਰ ਉਸ ਰਾਸਤਿਆਂ ਨੂੰ ਆਪਣੇ ਆਪ ਤੋਂ ਅਲੱਗ ਕਰ। ਕਿੰਨੇ ਸਮਝ ਪਾਏ? ਤੁਹਾਨੂੰ ਲੱਗਦਾ ਆ ਫੋਨ ਤੁਹਾਡੇ ਕੋਲ ਆ, ਅਗਰ ਇੰਟਰਨੈਟ ਤੁਹਾਡੇ ਕੋਲ ਆ, ਤੁਹਾਡੇ ਕੋਲ ਪੂਰਾ ਦੇਖੇ ਵੀ ਤਾਂ ਰਹਿ ਨਹੀਂ ਹੁੰਦਾ, ਉਹਨੂੰ ਆਪਣੇ ਆਪ ਤੋਂ ਅਲੱਗ ਕਰ ਦੋ। ਗੰਦੀਆਂ ਚੀਜ਼ਾਂ ਦੇਖਣ ਦੇ ਨਾਲੋਂ ਨਾ ਦੇਖਣਾ ਚਾਹੁੰਦਾ ਹੈ। ਤੁਹਾਡਾ ਇਹ ਦੇਹ ਖੁਦਾਵੰਦ ਨੇ ਤਾਂ ਦਿੱਤੀ, ਤੁਹਾਨੂੰ ਵੱਖਰਾ ਕੀਤਾ, ਆਪਣੇ ਆਪ ਨੂੰ ਵੱਖਰਾ ਕਰਕੇ ਰੱਖੋ, ਮਿਕਸ ਨਾ ਕਰੋ। ਤੁਹਾਨੂੰ ਲੱਗਦਾ ਕਿ ਕੋਈ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਐਡ ਆਨ ਹੋਈ ਆ ਔਰ ਉਹ ਤੁਹਾਨੂੰ ਖੁਦਾ ਤੋਂ ਦੂਰ ਕਰਦੀ ਆ, ਤੇ ਸਭ ਤੋਂ ਪਹਿਲਾਂ ਉਹ ਦੂਰ ਕਰ ਤਾਂ ਤੁਸੀਂ ਖੁਦਾ ਦੇ ਨਜ਼ਦੀਕ ਜਾਓਗੇ। ਸਾਡੀ ਕਲੀਸਿਆ ਆਮੀਨ, ਸਾਡੀ ਕਲੀਸਿਆ ਬੋਲ ਆਮੀਨ, ਹਾਲੇਲੂਇਆ। ਕੋਈ ਵੀ ਚੀਜ਼ याद रखना, कोई भी जिंदगी दे विच आने वाले दिनों दे विच याद रखना, कोई भी संसारिक बरकत कोई भी जिंदगी च तुहाडे ऐड ऑन हुंदी है और उस तो बाद उन्हें परख के देखो, अपनी जिंदगी दे वल झाती मार के देखो कि आ चीज आ इंसान अगर मेरी जिंदगी च आया, उस तो बाद मेरी जिंदगी च कुछ बदलाव तो नहीं आया, मेरा और परमेश्वर दे रिश्ते दे विच कुछ बदलाव तो नहीं आया, कुछ चेंजेस तो नहीं आए, मेरा प्यार किते खुदावंद दे नाल घटदा नहीं गया और इस वस्तु दे नाल वधदा नहीं गया। किन्ने समझ पाए? इस गल का ध्यान किन्ने देना है? उस पर्सन ने जिन्हें अपने आप को वखरा करके रखना, जेड़ा है ही मिक्स है, उसमें फर्क नहीं पड़ता। जिन्हों पवित्र आत्मा की कदर है, जिन्हों खुदावंद दे वल्लों मिली आशीष की कदर है, वो इस गल्ला का ख्याल रखदा है कि ये जिहड़ी वस्तु मेरी जिंदगी दे विच बहुत सारे लोगों ने देखा होगा, जवानां नूं खास करके पहला ठीक हुंदे हैं और जिद्दां मोबाइल हाथ दे विच आ जांदा जां जिंदगी च आ जांदा, उन्हां दी जिंदगी च बदलाव आने शुरू। ਤੁਸੀਂ ਆਪਣੇ ਬੱਚਿਆਂ ਨੂੰ ਦੇਖਿਆ ਹੋਵੇਗਾ ਜਾਂ ਬੱਚਿਆਂ ਨੇ ਮਾਤਾ ਪਿਤਾ ਨੂੰ ਦੇਖਿਆ, ਇਹ ਪਾਪ ਦੀ ਜੜ ਹੈ। ਜਵਾਨਾਂ ਦੇ ਲਈ ਖਾਸ ਕਰਕੇ ਮੈਂ ਨਹੀਂ ਕਹਿੰਦਾ ਮੋਬਾਈਲ ਛੱਡ ਦਿਓ, ਬਟ ਇਹ ਆ ਕਿ ਇਹਨੂੰ ਕੰਟਰੋਲ ਕਰੋ। ਇਹ ਤੁਹਾਡੇ ਉੱਪਰ ਕੰਟਰੋਲ ਨਾ ਕਰੇ। ਹਾਂ, ਮੋਬਾਈਲ ਲੱਗ ਕੇ ਮੈਨੂੰ ਚੱਕ ਤੇ ਮੈਨੂੰ ਯੂਜ਼ ਕਰ, ਤੁਹਾਨੂੰ ਲੱਗੇ ਕਿ ਹਾਂ ਮੈਨੂੰ ਹੁਣ ਇਹਦੀ ਜ਼ਰੂਰਤ ਹੈ, ਮੈਂ ਕਿਸੇ ਨੂੰ ਕਾਲ ਕਰਨੀ ਹੈ,
ਤਾਂ ਤੁਸੀਂ ਮੋਬਾਈਲ ਦਾ ਤੁਹਾਨੂੰ ਪਤਾ ਕਿ ਮੈਨੂੰ ਯੂਜ਼ ਕਰ ਗੱਲਾਂ ਹੀ ਕਰ ਹਾਂ ਹੁਣ ਯੂਜ਼ ਕਰ ਇੰਟਰਨੈਟ ਆਨ ਕਰ ਹਾਂ ਮੋਬਾਈਲ ਦਾ ਤੁਹਾਨੂੰ ਕਿੰਨੇ ਸਮਝ ਪਾਏ हालेलुया 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 समझ आ रही है खुदावंद ਨੂੰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇ ਔਰ ਕਹਿੰਦਾ ਮੈਂ ਤੁਹਾਨੂੰ ਵਧਾਈਆਂ ਦਿੰਦਾ ਅਗਰ ਅਸੀਂ ਡਿਫਰੈਂਟ ਕਰ ਲਿਆ ਆਪਣੇ ਆਪ ਨੂੰ ਅਲੱਗ ਕਰ ਲਿਆ ਕੰਗ੍ਰੈਚੁਲੇਸ਼ਨ ਮੈਂ ਖੁਦਾਵੰਦ ਦਾ ਦਾਸ ਤੁਹਾਨੂੰ ਵਧਾਈਆਂ ਦਿੰਦਾ ਅਗਰ ਤੁਸੀਂ ਆਪਣੇ ਆਪ ਨੂੰ ਅਲੱਗ ਕਰਕੇ ਰੱਖਿਆ ਹੋਇਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਬਰਕਤਾਂ ਦੇ ਰੰਡਵਾਤੇ ਚਾਹੋਗੇ ਸਾਰੀ ਕਲੀਸਿਆ ਆਮੀਨ ਸਾਰੀ ਕਲੀਸਿਆ ਆਮੀਨ ਆਪਣੇ ਆਪ ਨੂੰ ਅਲੱਗ ਕਰਕੇ ਰੱਖਣਾ ਹੈ ਮਿਕਸ ਨਹੀਂ ਕਰਨਾ ਹੈ ਕਿਸੇ ਦੇ ਨਾਲ ਪੜ੍ਹੀਏ ਮੇਰੇ ਨਾਲ ਸੰਤ ਮਤੀ ਦੀ ਅੰਜੀਲ ਉਹਦਾ 7 ਨੰਬਰ ਅਧਿਆਇ ਸੰਤ ਮਤੀ ਦੀ ਅੰਜੀਲ ਉਹਦਾ 7 ਨੰਬਰ ਅਧਿਆਇ ਉਹਦਾ 13 ਔਰ 14 ਨੰਬਰ ਪੰਕਤੀ ਨੂੰ ਪੜ੍ਹਨਾ ਹੈ ਅਸੀਂ ਸੁਣੋ ਬੜੇ ਧਿਆਨ ਦੇ ਨਾਲ लिखिया पीढ़े फाटक तो बढ़ो क्यों जो मोकला है वो फाटक अते खुला है वो राह जिहड़ा नाश हो जाता है मैं फिर तो रिपीट करना कहते पीढ़े फाटक तो बढ़ो क्यों जो मोकला है वो फाटक अते खुला है वो राह जिहड़ा नाश हो जाता है अते बहुते हन जिहड़े उस तो जाते हन और लिखिया अते पीड़ा है वो फाटक अते सौड़ा है वो राह जिहड़ा जीवन ਅਤੇ ਜੋ ਉਸ ਨੂੰ ਲੱਭਦੇ ਹਨ ਸੋ ਕਿਹੜੇ ਆ ਥੋੜੇ ਅਲੱਗ ਆ ਸਮਝ ਰਹੇ ਮੇਰੀ ਗੱਲ ਬਹੁਤ ਘੱਟ ਲੋਕ ਆ ਜਿਹੜੇ ਆਸ ਰੱਖਦੇ ਆ ਕਿ ਖੁਦਾਵੰਦ ਅੱਜ ਸੰਡੇ ਮੈਂ ਜਦ ਜਾਣਾ ਤੇ ਅੱਜ ਦਾ ਦਿਨ ਮੇਰੇ ਲਈ ਬਰਕਤ ਦਾ ਦੇਣਾ ਬਹੁਤ ਘੱਟ ਲੋਕ ਵਿਰਲੇ ਲੋਕ ਆ ਜਿਹੜੇ ਇਦਾਂ ਆਸ ਰੱਖਦੇ ਤੇ ਬਾਈਬਲ ਕਹਿੰਦਾ ਜਿਹੜਾ ਪਰਮੇਸ਼ਰ ਤੇ ਆਸ ਰੱਖਦਾ ਉਹਦੀ ਸ਼ਰਮਿੰਦਾ ਉਹਦਾ ਮੂੰਹ ਕਦੀ ਵੀ ਕਾਲਾ ਨਹੀਂ ਹੁੰਦਾ ਜਿਹਨੇ ਆਸ ਪਰਮੇਸ਼ਰ ਦੇ ਉੱਪਰ ਔਰ ਜਿਹੜਾ ਆਸ ਰੱਖ ਕੇ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਆਉਂਦਾ ਹੈ ਇੱਕ ਪਿਆਸ ਰੱਖ ਕੇ ਆਉਂਦਾ ਹੈ ਖੁਦਾ ਕਿਉਂ ਨਾ ਉਹਦੀ ਪਿਆਸ ਬੁਝਾਏਗਾ ਕਿਉਂ ਨਾ ਉਹਦੀ ਆਸ ਨੂੰ ਪੂਰਾ ਕਰੇਗਾ ਹਾਲੇਲੂਇਆ ਇਹ ਤਾਂ ਬਹੁਤ ਘੱਟ ਲੋਕ ਆ ਜਿਹੜੇ ਸਵਰਗ ਵੱਲ ਨੂੰ ਜਾਂਦੇ ਆ ਔਰ ਉਹ ਸਵਰਗ ਨੂੰ ਕਿੱਦਾਂ ਪਹੁੰਚਣਾ ਉਹਦਾ ਧਿਆਨ ਰੱਖਦੇ ਇਹਨੇ ਅੱਜ ਕਿਰਪਾ ਹੋ ਗਿਆ ਕਿ 4 ਦਿਨ ਬੜੇ ਜੋਸ਼ ਦੇ ਨਾਲ ਪ੍ਰਾਰਥਨਾ ਆ ਔਰ 5ਵੇਂ ਦਿਨ ਫਿਰ ਆਪਣੇ ਰੁਝੇਵਿਆਂ ਦੇ ਵਿੱਚ ਮੁੜ ਕੇ ਟਾਈਮ ਨਹੀਂ ਹੈ ਖੁਦਾਵੰਦ ਦੇ ਲਈ ਜੇ ਖੁਦਾਵੰਦ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਹੈ ਇਟ ਵਿੱਚ ਤੁਸੀਂ ਆਪਣੇ ਆਪ ਨੂੰ ਵੱਖਰਾ ਕੀਤਾ ਤਾਂ ਕਿਰਪਾ ਹੋਈ ਸਮਝ ਲਓ ਮੇਰੀ ਗੱਲ ਜੇ ਮਿਕਸ ਰਹੋਗੇ ਕਦੀ ਕਿਰਪਾ ਨਹੀਂ ਹੋਊਗੀ ਜਦੋਂ ਤੁਸੀਂ ਆਪਣੇ ਆਪ ਨੂੰ ਅਲੱਗ ਕਰੋਗੇ ਉਦੋਂ ਹੀ ਚੰਗਾਈ ਤੁਹਾਡੇ ਉੱਪਰ ਆਏਗੀ ਉਦੋਂ ਹੀ ਵਚਨ ਦਾ ਗਿਆਨ ਤੁਹਾਡੇ ਉੱਪਰ ਆਏਗਾ ਉਦੋਂ ਹੀ ਵਚਨ ਦੇ ਭੇਦ ਤੁਹਾਡੇ ਉੱਪਰ ਖੁੱਲਣਗੇ ਉਦੋਂ ਹੀ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰੇਗਾ ਹਾਲੇਲੂਇਆ ਬਾਈਬਲ ਕਹਿੰਦਾ ਸੱਚਾਈ ਦਾ ਆਤਮਾ ਜਦ ਤੁਹਾਡੇ ਅੰਦਰ ਆਏਗਾ ਤੁਹਾਡੇ ਉੱਪਰ ਆਏਗਾ ਉਹ ਤੁਹਾਨੂੰ ਸੱਚਾਈ ਦੇ ਰਾਹ ਉੱਪਰ ਚੱਲਣਾ ਸਿਖਾਏਗਾ ਉਹ ਦੱਸੇਗਾ ਆ ਚੀਜ਼ ਤੇਰੇ ਲਈ ਬੈਨੀਫਿਟ ਹੈ ਉਹ ਦੱਸੇਗਾ ਆ ਨੁਕਸਾਨਦਾਇਕ ਹੈ ਆ ਬੈਨੀਫਿਟ ਹੈ ਆ ਨੁਕਸਾਨਦਾਇਕ ਹੈ ਮਾਸਟਰ ਨੇ ਨਹੀਂ ਦੱਸਣਾ ਬਾਈਬਲ ਕਹਿੰਦਾ ਪਵਿੱਤਰ ਆਤਮਾ ਤੁਹਾਨੂੰ ਦੱਸੂਗਾ ਉਸ ਵਸਨ ਨੂੰ ਜਿਹਨੇ ਆਪਣੇ ਆਪ ਨੂੰ ਅਲੱਗ ਕੀਤਾ ਹੋਇਆ ਰੱਬ ਦਾ ਪਾਕ ਨੂੰ ਉਹਨੂੰ ਸਿਖਾਏਗਾ ਉਹਨੂੰ ਗਾਈਡ ਕਰੇਗਾ ਉਹਦੇ ਕਦਮ ਚੱਲਣ ਤੇ ਉਹਨੂੰ ਗਾਈਡ ਕਰੇਗਾ ਜਿਸ ਰਾਹ ਦੇ ਉੱਪਰ ਹੋ ਜਾਏਗਾ ਉਹਨੂੰ ਗਾਈਡ ਕਰੇਗਾ ਕਿ ਜਿਸ ਰਾਹ ਦੇ ਉੱਪਰ ਜਾ ਰਿਹਾ ਸਹੀ ਹੈ ਅਗਰ ਉਹ ਗਲਤ ਰਾਹ ਦੇ ਉੱਪਰ ਵੀ ਪੈ ਜਾਂਦਾ ਤੇ ਪਵਿੱਤਰ ਆਤਮਾ ਨੂੰ ਰੋਕਦਾ ਕਿ ਨਹੀਂ ਜਾਣਾ ਜਿਹਦਾ ਬਿਲਾਮ ਸੀਗਾ ਯਾਦ ਹੈ ਬਾਈਬਲ ਦੇ ਵਿੱਚ ਇੱਕ ਬਿਲਾਮ ਤੇ ਉਹਦੀ ਗਦੀ ਦਾ ਜ਼ਿਕਰ ਆਉਂਦਾ ਹੈ ਕਿੱਦਾਂ ਫਿਰ ਰੁਕਾਵਟਾਂ ਪੈਂਦੀਆਂ ਕਿੱਦਾਂ ਰਾਹ ਬਦਲਦੇ ਆ ਕਿੱਦਾਂ ਸਿਚੁਏਸ਼ਨ ਚ ਬਦਲਦੀ ਉਸ ਵਸਤਾਂ ਦੇ ਜਿਹਨੇ ਆਪਣੇ ਆਪ ਨੂੰ ਵੱਖਰਾ ਕਰਕੇ ਰੱਖਿਆ ਖੁਦਾਵੰਦ ਨੇ ਜੋ ਦਿੱਤਾ ਉਹਦੇ ਵਿੱਚ ਸਬਰ ਹੈ ਬਾਈਬਲ ਕਹਿੰਦਾ ਬਿਲਾਮ ਦੇ ਕੋਲੋਂ ਗਿਫਟ ਸੀਗਾ ਜੋ ਬੋਲਦਾ ਸੀ ਉਹ ਦਿੰਦਾ ਸੀ ਅਗਰ ਬਰਕਤ ਦਿੰਦਾ ਸੀ ਬਰਕਤ ਮਿਲਦੀ ਸੀ ਅਗਰ ਸ਼ਰਾਬ ਦਿੰਦਾ ਸੀ ਤੇ ਸ਼ਰਾਬ ਮਿਲਦਾ ਸੀ ਔਰ ਜੋ ਇਜ਼ਰਾਈਲੀ ਕੌਮ ਦੇ ਵਿਰੋਧੀ ਸੀਗੇ ਉਹ ਉਹਦੇ ਕੋਲ ਪਹੁੰਚੇ ਕਿ ਸਾਡੇ ਲਈ ਇਸ ਕੌਮ ਨੂੰ ਸ਼ਰਾਬ ਦੇ ਲੇਕਿਨ ਪਰਮੇਸ਼ਵਰ ਦੇ ਬੰਦਿਆਂ ਨੂੰ ਕੌਣ ਸ਼ਰਾਬ ਦੇ ਸਕਦਾ अगर दौर भी पे आया पर फिर भी रुकावट आई तो रास्ता गलत चलिया पर नहीं पहुंचे रास्ते दे विच 2-3 वारी दूत ने आके रोकिया आखिर मदद करना कि इत्थे खड़े होना कि नहीं इत्थे रुकना कि नहीं रुकना इत्थे बैठना कि नहीं बैठना बादरो सहायता करता उस पर्सन दी जिन्हें अपने आप को वखरा करके रखा होया क्योंकि
ਆਪਾਂ ਅਲੱਗ ਕੀਤੇ ਹੋਏ ਲੋਕ ਹੈ। ਸਮਝੋ ਇਸ ਗੱਲ, ਮਿਕਸ ਨਹੀਂ ਕਰਨਾ, ਆਪਣੇ ਅੰਦਰ ਕੁਝ ਮਿਕਸ ਨਹੀਂ ਕਰਨਾ। ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਅੱਗੇ ਲਿਖਿਆ, ਮੈਂ ਪੜ੍ਹਦਾ ਹਾਂ, ਸੁਣੋ ਬੜੇ ਧਿਆਨ ਦੇ ਨਾਲ। ਜਦੋਂ ਅਸੀਂ ਪੜ੍ਹਦੇ ਹਾਂ ਦੂਸਰਾ ਕੁਰਿੰਥੀਆਂ ਦਾ ਪੁਸਤਕ, दूसरा कुरिन्थियों ਦਾ ਪੁਸਤਕ ਦਾ 4 ਨੰਬਰ ਅਧਿਆਇ ਦਾ 16 17 ਔਰ 18 ਨੰਬਰ ਪੰਕਤੀ ਦੇ ਵਿੱਚ ਇਦਾਂ ਕਰਕੇ ਲਿਖਿਆ, ਸੁਣੋ ਬੜੇ ਧਿਆਨ ਦੇ ਨਾਲ। ਕਹਿੰਦਾ ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ। ਵਚਨ ਦੇ ਉੱਪਰ ਧਿਆਨ ਦੇਣਾ, ਨਿਚੋੜਿਆ ਵਚਨ ਦਾ, ਸੁਣੋ ਬੜੇ ਧਿਆਨ ਦੇ ਨਾਲ। ਕਹਿੰਦਾ ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਸਾਰੀ ਕਲੀਸਿਆ ਆਮੀਨ, ਸਾਰੀ ਕਲੀਸਿਆ ਆਮੀਨ। ਕਿੱਦਾਂ ਅੰਦਰਲੀ ਇਨਸਾਨੀਅਤ ਨਵੀਂ ਹੁੰਦੀ ਜਾਂਦੀ ਹੈ ਦਿਨੋਂ ਦਿਨ? ਜਦੋਂ ਸਾਨੂੰ ਅੱਜ ਦੇ ਵਚਨ ਦੇ ਦੁਆਰਾ ਸਮਝ ਆ ਜਾਵੇ ਕਿ ਮੈਂ ਅਲੱਗ ਕੀਤਾ ਹੋਇਆ, ਮੈਂ ਅਲੱਗ ਕੀਤੀ ਹੋਈ ਹਾਂ। ਬਾਹਰਲੀ ਇਨਸਾਨੀਅਤ ਫਿਰ ਵੱਧਦੀ ਜਾਂਦੀ ਹੈ। ਜੋ ਕੁਝ ਪਰਮੇਸ਼ਵਰ ਦੇ ਬਣਾਉਣ ਤੋਂ ਪਹਿਲਾਂ ਸਾਡੀ ਜ਼ਿੰਦਗੀ ਦੇ ਵਿੱਚ ਸੀਗਾ, ਐਂਡ ਹੋਣ ਹੋਇਆ, ਜਦੋਂ ਉਹ ਡਿਲੀਟ ਹੁੰਦਾ ਜਾਂਦਾ ਆ, ਫਿਰ ਐਂਡ ਕਿੰਨੇ ਸਮਝ ਪਾਇਆ। ਇੱਕ ਮੈਂ ਭਰਿਆ ਹੋਇਆ ਬਰਤਨ ਤੁਹਾਨੂੰ ਦਵਾਂ ਦੇ ਵਿੱਚ ਤੁਸੀਂ ਕੁਝ ਨਹੀਂ ਭਰ ਸਕਦੇ, ਜਾਂ ਭਰ ਸਕਦੇ? ਹਾਂ, ਕੋਈ ਭਰ ਸਕਦਾ? ਅਗਰ ਮੈਂ ਤੁਹਾਨੂੰ ਗਿਲਾਸ ਦਵਾਂ ਪਾਣੀ ਦੇ ਨਾਲ ਭਰਿਆ ਹੋਇਆ, ਕਿ ਤੁਸੀਂ ਉਹਦੇ ਵਿੱਚ ਪਾਣੀ ਭਰ ਸਕਦੇ ਆ? ਮੈਂ ਉਸ ਕਲੀਸਿਆ ਨਾਲ ਗੱਲ ਕਰਦਾ ਜਿਹਨੂੰ ਖੁਦਾ ਨੇ ਸੁਭਾਅ ਦਿੱਤੀ। ਹਾਂ, ਭਰ ਸਕਦੇ ਹੋ? ਫਿਰ ਇਸੇ ਰੀਤੀ ਦੇ ਨਾਲ ਜਦੋਂ ਤੁਸੀਂ ਖੁਦਾਵੰਦ ਦੇ ਕੋਲ ਆਉਣਾ ਹੈ ਤੇ ਆਪਣੇ ਆਪ ਨੂੰ ਖਾਲੀ ਕਰਕੇ ਉਹਨਾਂ ਸੰਸਾਰ ਦੀਆਂ ਗੱਲਾਂ, ਸਰੀਰ ਦੀਆਂ ਗੱਲਾਂ ਨੂੰ ਪਰੇ ਰੱਖ ਕੇ, ਪਰੇ ਰੱਖਣ ਦਾ ਮਤਲਬ ਇਹ ਨਹੀਂ ਹੈ ਕਿ ਦੁਬਾਰਾ ਜਾ ਕੇ ਚੱਕ ਲੈਣਾ। ਸਮਝ ਰਹੇ ਮੇਰੀ ਗੱਲ? ਕਈ ਏਦਾਂ ਵੀ ਕਰਦੇ, ਹਮੇਸ਼ਾ ਦੇ ਲਈ ਆਪਣੇ ਆਪ ਨੂੰ ਦੂਰ ਕਰ। ਇਹ ਨਹੀਂ ਕਿ ਪਾਸਟਰ ਸਾਹਿਬ ਨੇ ਆਪਣਾ ਹੱਥ ਵੱਢ ਦਿੱਤਾ, ਜਿੱਥੇ ਕਿ ਅੱਜ ਦੂਰ ਕਰ ਲੋ, ਬਾਅਦ ਚੱਕ ਕੇ ਫੇਰ ਆ ਗਏ, ਮਤਲਬ ਉਹੀ ਕੰਮ ਕਰਦੇ। 4 ਦਿਨ ਜੋਸ਼ ਦੇ ਵਿੱਚ ਚੱਲਣ ਵਾਲਾ ਬੰਦਾ ਸਕਸੈਸਫੁਲ ਨਹੀਂ ਹੈ ਸਪਿਰਚੁਅਲ ਲਾਈਫ ਦੇ ਵਿੱਚ। ਯਾਦ ਰੱਖਣਾ, ਖੁਦਾਵੰਦ ਨੂੰ ਲੰਬੀ ਰੇਸ ਵਾਲੇ ਘੋੜੇ ਚਾਹੀਦੇ। ਲੰਬੀ ਰੇਸ ਵਾਲੇ ਮਤਲਬ ਸਮਝ, ਨਾ ਥੱਕਣ ਵਾਲੇ, ਨਾ ਅਟਕਣ ਵਾਲੇ। ਹਾਲੇਲੂਇਆ। ਲਿਖਿਆ ਕਹਿੰਦਾ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਸੰਸਾਰ ਦਾ ਰੁਤਬਾ ਖਤਮ ਹੋ ਜਾਂਦਾ ਹੈ, ਕੋਈ ਦਿੱਕਤ ਨਹੀਂ ਹੈ, ਨੋ ਪ੍ਰੋਬਲਮ, ਕਿਉਂਕਿ ਅਸੀਂ ਸੰਸਾਰ ਦੇ ਨਹੀਂ ਹੈ। ਸੰਸਾਰ ਦੀਆਂ ਚੀਜ਼ਾਂ ਸਾਡੇ ਤੋਂ ਦੂਰ ਜਾ ਰਹੀਆਂ, ਨੋ ਪ੍ਰੋਬਲਮ, ਕਿਉਂਕਿ ਅਸੀਂ ਖੁਸ਼ੀ ਮਨਾਉਣ ਦੀ ਗੱਲ ਹੈ ਕਿ ਅਸੀਂ ਸਪਿਰਚੁਅਲ ਹੋ ਰਹੇ ਹਾਂ, ਅਸੀਂ ਖੁਦਾਵੰਦ ਦੇ ਨਜ਼ਦੀਕ ਜਾ ਰਹੇ ਹਾਂ, ਤਾਂ ਹੀ ਉਹ ਸੰਸਾਰ ਦਾ ਸਾਡੇ ਕੋਲ ਦੂਰ ਜਾ ਰਿਹਾ ਹੈ। ਪਹਿਲਾਂ ਦੂਰ ਕਰਨਾ, ਤਾਂ ਹੀ ਤੁਸੀਂ ਖੁਦਾ ਦੇ ਨਜ਼ਦੀਕ ਆ ਸਕਦੇ। ਹਾਲੇਲੂਇਆ। ਕਹਿੰਦਾ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਆ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਆ। ਕਿਉਂ? ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿਨ ਭਰਦਾ ਹੀ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਅਗਰ ਦੁੱਖ, ਅਗਰ ਗਰੀਬੀ, ਅਗਰ ਪਰੇਸ਼ਾਨੀ, ਅਗਰ ਕਰਜ਼ੇ ਦੇ ਵਿੱਚ ਵੀ ਖੁਦਾਵੰਦ ਦੇ ਵਿੱਚ ਬਣੇ ਰਹਿੰਦੇ ਆ, ਤੇ ਬਾਈਬਲ ਕਹਿੰਦਾ ਇੱਕ ਵੱਡੀ ਵਡਿਆਈ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਸਾਰੀ ਕਲੀਸਿਆ ਬੋਲੇ, ਸਾਰੀ ਕਲੀਸਿਆ ਬੋਲੇ। ਅਗਰ ਤੁਸੀਂ ਉਸ ਦੁੱਖ, ਕਸ਼ਟ, ਦੁੱਖ, ਪਰੇਸ਼ਾਨੀ ਦੇ ਵਿੱਚ, ਕਰਜ਼ੇ ਦੇ ਵਿੱਚ ਵੀ ਬਣੇ ਰਹਿੰਦੇ ਆ ਖੁਦਾਵੰਦ ਦੇ ਨਾਲ, ਤੇ ਬਾਈਬਲ ਕਹਿੰਦਾ ਕਿ ਵੱਡੀ ਸਦੀਪਕ ਵਡਿਆਈ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਉਹਨਾਂ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਵੱਖਰਾ ਕਰਕੇ ਰੱਖਦੇ। ਹਾਲੇਲੂਇਆ, ਹਾਲੇਲੂਇਆ। ਔਰ ਲਿਖਿਆ ਕਹਿੰਦਾ ਅਸੀਂ ਦਿਸਣ ਵਾਲੀਆਂ ਵਸਤੂਆਂ ਨੂੰ ਤਾਂ ਨਹੀਂ, ਸਗੋਂ ਅਣਡਿੱਠ ਵਸਤੂਆਂ ਵੱਲ ਧਿਆਨ ਕਰਦੇ। ਅਸੀਂ ਦਿਸਣ ਵਾਲੀਆਂ ਵਸਤੂਆਂ ਨੂੰ ਤਾਂ ਨਹੀਂ, ਸਗੋਂ ਅਣਡਿੱਠ ਵਸਤੂਆਂ ਵੱਲ ਧਿਆਨ ਕਰਦੇ ਹਾਂ। ਕਿਉਂ? ਜੋ ਦਿਸਣ ਵਾਲੀਆਂ ਵਸਤੂਆਂ ਅਨਿੱਤ ਹਨ, ਪਰ ਅਣਡਿੱਠ ਵਸਤੂਆਂ ਨਿੱਤ ਹਨ। ਮਤਲਬ ਜਿਹੜੀਆਂ ਦਿਖਦੀਆਂ ਆ, ਅਗਰ ਤੁਸੀਂ ਹੋਰ ਟ੍ਰਾਂਸਲੇਸ਼ਨ ਚ ਪੜੋਗੇ ਜਾਂ ਹਿੰਦੀ ਚ ਜ਼ਿਆਦਾ ਕਲੀਅਰ ਹੋਏਗਾ, ਲਿਖਿਆ ਜਿਹੜੀਆਂ ਅਨਿੱਤ ਹਨ, ਮਤਲਬ ਥੋੜੇ ਦਿਨ ਦੀਆਂ। ਜਿਹੜੀਆਂ ਦਿਖਦੀਆਂ ਆ ਉਹ ਥੋੜੇ ਦਿਨ ਦੀਆਂ ਆ, ਪਰ ਜਿਹੜੀਆਂ ਨਹੀਂ ਦਿਖਦੀਆਂ ਉਹ ਸਦੀਪਕ ਕਾਲ ਕਰਦੀਆਂ। ਬੋਲੋ ਹਾਲੇਲੂਇਆ, ਹਾਲੇਲੂਇਆ। ਜੋ ਸਾਡੇ ਅੰਦਰ ਆ ਗਿਆ ਖੁਦਾਵੰਦ ਦੇ ਵੱਲੋਂ, ਉਹ ਸਦੀਪਕ ਜੀਵਨ, ਉਹ ਸਦੀਪਕ ਕਾਲ ਤੱਕ ਸਾਡੇ ਨਾਲ ਹੈ।
ਪਰ ਜਿਹੜਾ ਸਾਨੂੰ ਦਿਖਦਾ ਪਿਆ ਆ ਸੰਸਾਰ ਦੇ ਵਿੱਚ, ਉਹ ਅਗਰ ਅਸੀਂ ਹਾਸਲ ਕਰਦੇ ਆ, ਜੋ ਸਾਡੇ ਅੰਦਰ ਆਉਂਦਾ ਆ, ਉਹ ਥੋੜੇ ਸਮੇਂ ਦੇ ਲਈ। ਯਾਦ ਰੱਖਣਾ ਮੇਰੀ ਗੱਲ। ਪਰ ਜੋ ਖੁਦਾਵੰਦ ਦੇ ਕੋਲੋਂ ਸਾਨੂੰ ਮਿਲਿਆ ਆ, ਉਹ ਸਦਾ ਦੇ ਲਈ ਆ, ਉਹ ਥੋੜੇ ਸਮੇਂ ਦੇ ਲਈ ਨਹੀਂ ਆ। ਪਵਿੱਤਰ ਆਤਮਾ ਥੋੜੇ ਸਮੇਂ ਦੇ ਲਈ ਤੁਹਾਨੂੰ ਨਹੀਂ ਦਿੱਤਾ ਗਿਆ। ਪਵਿੱਤਰ ਆਤਮਾ ਦੇ ਗਿਫਟ ਤੁਹਾਨੂੰ ਥੋੜੇ ਸਮੇਂ ਦੇ ਲਈ ਨਹੀਂ ਦਿੱਤੇ ਗਏ। ਚੰਗਾਈ ਤੁਹਾਨੂੰ ਥੋੜੇ ਸਮੇਂ ਦੇ ਲਈ ਨਹੀਂ ਦਿੱਤੀ ਗਈ। ਦੁਸ਼ਟ ਆਤਮਾ ਤੋਂ ਛੁਟਕਾਰਾ ਤੁਹਾਨੂੰ ਥੋੜੇ ਸਮੇਂ ਦੇ ਲਈ ਨਹੀਂ ਦਿੱਤਾ ਗਿਆ, ਲਾਈਫ ਟਾਈਮ ਦੇ ਲਈ ਦਿੱਤਾ ਗਿਆ। ਸੁਰਗ ਦੇ ਵਿੱਚ ਰਹਿਣਾ ਕੁਝ ਮਹੀਨਿਆਂ ਦਾ ਕੰਮ ਨਹੀਂ। ਬਾਈਬਲ ਕਹਿੰਦਾ ਸਦੀਕ ਹਮੇਸ਼ਾ ਦੀ ਜ਼ਿੰਦਗੀ ਆ ਕਿਹਨੂੰ ਮਿਲਦੀ ਆ, ਜਿਹਨੇ ਆਪਣੇ ਆਪ ਨੂੰ ਦੁੱਖ ਆਈ, ਗਰੀਬੀ ਆਈ, ਪਰੇਸ਼ਾਨੀ ਆਈ, ਪਰ ਉਹ ਖੁਦਾ ਦੀ ਹਜ਼ੂਰੀ ਦੇ ਟਾਈਮ ਤੇ, ਖੁਦਾ ਦੀ ਹਜ਼ੂਰੀ ਦੇ ਵਿੱਚ, ਬੋਲੋ ਹਾਲੇਲੂਇਆ। ਪਰ ਬਹੁਤੇ ਲੋਕ ਦੁੱਖਾਂ ਦੇ ਵਿੱਚ ਭਟਕ ਜਾਂਦੇ, ਦੁੱਖਾਂ ਦੇ ਵਿੱਚ ਹਲਚਲ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ। ਇਹ ਸ਼ੈਤਾਨ ਦਾ ਕੰਮ ਹੈ। ਬਾਈਬਲ ਇਹ ਨਹੀਂ ਕਹਿੰਦਾ ਕਿ ਅਗਰ ਮਸੀਹ ਚ ਬੰਦਾ ਆ ਗਿਆ, ਬਾਈਬਲ ਪੜ੍ਹਨ ਲੱਗ ਗਿਆ ਤਾਂ ਉਹਦੇ ਦੁੱਖ ਹੀ ਖਤਮ ਹੋ ਜਾਣੇ, ਜ਼ਿੰਦਗੀ ਚ ਆਉਣੇ ਹੀ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਗਰ ਦੁੱਖ ਹੁੰਦੇ ਆ ਉਹ ਬੰਦੇ ਨੂੰ ਮਜ਼ਬੂਤ ਕਰਨ ਦੇ ਲਈ ਆਉਂਦੇ ਆ, ਔਰ ਅੱਗੇ ਵਧਾਉਣ ਦੇ ਲਈ ਆਉਂਦੇ ਆ। ਇਹ ਮੇਰੀ ਗੱਲ ਯਾਦ ਰੱਖਣਾ। ਜ਼ਿੰਦਗੀ ਦੇ ਵਿੱਚ ਅਗਰ ਦੁੱਖ ਆ ਗਿਆ, ਉੱਥੇ ਕੰਗ੍ਰੈਚੁਲੇਸ਼ਨ ਕਰਨ ਦਾ ਟਾਈਮ ਕਿ ਹੁਣ ਸਾਡੇ ਤਰੱਕੀ ਦੇ ਦਿਨ ਸ਼ੁਰੂ ਹੋ ਗਏ, ਹੁਣ ਮੇਰਾ ਪਰਮੇਸ਼ਵਰ ਦੇ ਨਾਲ ਸੰਬੰਧ ਮਜ਼ਬੂਤ ਹੋਣ ਦਾ ਟਾਈਮ ਆ ਗਿਆ। ਜਦੋਂ ਦੁੱਖ ਆ ਗਿਆ, ਜਦੋਂ ਪਰੇਸ਼ਾਨੀ ਆ ਗਈ, ਜਦੋਂ ਪੈਸੇ ਦੀ ਤੰਗੀ ਆ ਗਈ, ਸਮਝ ਲੈਣਾ ਕਿ ਖੁਦਾਵੰਦ ਦੇ ਨਜ਼ਦੀਕ ਜਾਣ ਦਾ ਟਾਈਮ ਆ। ਪਰ ਉਸ ਸਮੇਂ ਨੂੰ ਨਾਮ ਨਹੀਂ ਬਦਲਣਾ, ਪ੍ਰਾਰਥਨਾ ਦੇ ਵਿੱਚ ਰਹਿਣਾ ਹੈ। ਉਦੋਂ ਪ੍ਰਾਰਥਨਾ ਦੇ ਵਿੱਚ ਰਹਿਣ ਦਾ ਵੇਲੇ ਜਦੋਂ ਦੁੱਖ ਆ ਗਿਆ, ਜਦੋਂ ਤੰਗੀ ਆ ਗਈ, ਜਦੋਂ ਪਰੇਸ਼ਾਨੀ ਆ ਗਈ, ਆਪਾਂ ਅਲੱਗ ਕੀਤੇ ਹੋਏ ਲੋਕ, ਅਲੱਗ ਕੀਤੇ ਹੋਏ ਲੋਕ ਆ। और बिना बुड़ तो तेरे सारे काम होने चाहिए थे, क्योंकि खुदावंद ने तो सीधे साधे बनाए, सीधे साधे लोगों को अपने कोल बनाता है। हालेलुया। एक शाऊल नाम दा बंदा सीगा जिन्हों परमेश्वर ने चुनिया अपनी कौम दे लिए, ਉਹਨੂੰ ਰਾਜਾ ਬਣਾ ਦਿੱਤਾ, ਅਲੱਗ ਕਰ ਦਿੱਤਾ, ਆਮ ਲੋਕਾਂ ਦੇ ਵਿੱਚ ਅਲੱਗ ਕਰ ਦਿੱਤਾ, ਉਹਨੂੰ ਖਾਸ ਬਣਾ ਦਿੱਤਾ, ਔਰ ਰਾਜੇ ਦੀ ਪਦਵੀ ਦੇ ਉੱਪਰ ਚਲਾ ਗਿਆ। ਪਰਮੇਸ਼ਵਰ ਦੇ ਲੋਕਾਂ ਨੂੰ ਚਲਾਉਣ ਲੱਗ ਗਿਆ। ਫਿਰ ਕੀ ਹੋਇਆ? ਥੋੜਾ ਜਿਹਾ ਸੋਨਾ ਚਾਂਦੀ ਦੇਖਿਆ, ਲਾਲਚ ਆ ਗਿਆ ਉਹਦੇ ਮਨ 'ਚ। ਪਰਮੇਸ਼ਵਰ ਨੇ ਮਨਾ ਕੀਤਾ ਸੀ, ਕਹਿੰਦਾ ਤੂੰ ਇਸ ਦੇਸ਼ ਨੂੰ ਮੈਂ ਤੇਰੇ ਲੋਕਾਂ ਨੂੰ ਤੇਰੇ ਹੱਥ 'ਚ ਦੇਤਾ, ਤੂੰ ਇਹਨਾਂ ਨੂੰ ਮਾਰ ਜਿੱਤ, ਪਰ ਇਹਨਾਂ ਦੇ ਦੇਸ਼ ਦਾ ਕੋਈ ਵੀ ਸਮਾਨ ਆਪਣੇ ਨਾਲ ਨਹੀਂ ਲੈ ਕੇ ਆਣਾ, ਕਿਉਂਕਿ ਉਹ ਭ੍ਰਿਸ਼ਟ ਹੈ। ਕੀ ਆ ਉਹ? ਭ੍ਰਿਸ਼ਟ ਕੀਤਾ ਹੋਇਆ ਸਮਾਨ ਆ। ਕਹਿੰਦਾ ਆਪਣੇ ਨਾਲ ਨਹੀਂ ਲੈ ਕੇ ਆਉਣਾ, ਆਪਣੇ ਦੇਸ਼ ਤੇ ਆਪਣੇ ਘਰ ਦੇ ਵਿੱਚ। ਤੇ ਬਾਈਬਲ ਕਹਿੰਦਾ ਜਦੋਂ ਦੇਸ਼ ਦੇ ਨਾਲ ਉਹਦੇ ਲੋਕਾਂ ਨਾਲ ਲੜਨ ਗਿਆ ਸ਼ਾਊਲ, ਉਹਨੇ ਮਾਰਿਆ ਉਹਨਾਂ ਨੂੰ, ਔਰ ਕੀ ਕੀਤਾ? ਚਾਂਦੀ ਚੰਗੇ ਚੰਗੇ ਜਿਹੜੇ ਜਵਾਨ ਸੀਗੇ ਲੜਾਈ ਵਾਲੇ, ਉਹ ਵੀ ਆਪਣੇ ਰੱਖ ਲੈ, ਬਚਾ ਲੈ, ਆਪਣੇ ਨਾਲ ਲਿਆ। ਸੋਨਾ ਲੈ ਆਇਆ, ਚਾਂਦੀ ਲੈ ਆਇਆ, ਤਾਂ ਦੌਲਤ ਲੈ ਆਇਆ ਆਪਣੇ ਨਾਲ। ਪਰਮੇਸ਼ਰ ਦੇ ਵਚਨ ਦੀ ਰੱਖਣਾ ਵੀ ਜੋ ਦਿਖਿਆ ਉਹ ਅੱਛਾ, ਸਮਝ ਰਹੇ ਹੋ? ਜੋ ਦਿਖਦਾ ਆ ਉਹ ਥੋੜੇ ਸਮੇਂ ਦੇ, ਜੋ ਨਹੀਂ ਦਿਖਦਾ ਉਹ ਸਦਾ ਦਾ ਹੈ। ਬੋਲੋ ਹਾਲੇਲੂਇਆ। ਬਾਈਬਲ ਕਹਿੰਦਾ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਅਨਡਿਟ ਵਸਤੂਆਂ ਦਾ ਸਬੂਤ ਹੈ, ਜਿਹੜੀਆਂ ਦਿਖਦੀਆਂ ਨਹੀਂ ਆ। ਅਗਰ ਤੁਸੀਂ ਉਹਨਾਂ ਦੇ ਉੱਪਰ ਵਿਸ਼ਵਾਸ ਕਰਦੇ ਆ, ਤੇ ਇਹਦਾ ਮਤਲਬ ਤੁਸੀਂ ਪਰਮੇਸ਼ਵਰ ਦੇ ਉੱਪਰ ਭਰੋਸਾ ਕਰਦੇ ਹੋ। ਬਾਈਬਲ ਕਹਿੰਦਾ ਧੰਨ ਉਹ ਬੰਦਾ ਜਿਹੜਾ ਬਿਨਾਂ ਦੇਖੇ ਕੀ ਕਰਦਾ, ਕੀ ਕਰਦਾ? ਵਿਸ਼ਵਾਸ ਕਰਦਾ। ਜਿਹੜਾ ਬਿਨਾਂ ਦੇਖੇ ਵਿਸ਼ਵਾਸ ਕਰਦਾ। ਸ਼ਾਊਲ ਨੇ ਕੀ ਕੀਤਾ? ਜੋ ਦੇਖਦਾ ਪਿਆ ਸੀ, ਸੋਨਾ ਦੇਖਣ ਡਿਆ, ਚਾਂਦੀ ਦੇਖਣ ਡਿਆ, ਲਾਲਚ ਮਨ ਦੇ ਵਿੱਚ ਆ ਗਿਆ, ਸਾਰਾ ਕੁਝ ਲੈ ਆਇਆ। ਉੱਥੇ ਖੁਦਾ ਦਾ ਵਚਨ ਬੋਲ ਗਿਆ, ਮਿਕਸ ਹੋ ਗਿਆ। ਖੁਦਾਵੰਦ ਨੇ ਉਹਨੂੰ ਵੱਖਰਾ ਕੀਤਾ ਹੋਇਆ ਸੀ। ਕਹਿੰਦੇ ਉਹ ਭ੍ਰਿਸ਼ਟ ਆ, ਉਹਨੇ ਤੈਨੂੰ ਵੀ ਭ੍ਰਿਸ਼ਟ ਕਰ ਦੇਣਾ। ਇਸ ਕਰਕੇ ਤੂੰ ਨਾ ਆਪਣੇ ਅੰਦਰ ਲੈ ਕੇ ਨਾ ਆਪਣੇ ਦੇਸ਼ ਚ ਲੈ ਕੇ ਨਾ ਆਪਣੇ ਘਰ ਦੇ ਵਿੱਚ ਲੈ ਕੇ। ਉਹਨੇ ਉਹੀ ਗਲਤੀ ਕੀਤੀ, ਦੁਬਾਰਾ ਉਹ ਸਾਰਾ ਕੁਝ ਲੈ ਆਇਆ, ਭ੍ਰਿਸ਼ਟ ਚੀਜ਼। ਕੀ ਹੋਇਆ? ਉਹਦਾ ਰਾਜ ਉਹਦੇ ਕੋਲੋਂ ਚਲਾ ਗਿਆ। ਫਿਰ ਪਰਮੇਸ਼ਰ ਨੇ ਦਾਊਦ ਨੂੰ ਚੁਣਿਆ। ਹਾਲੇਲੂਇਆ। ਪਰਮੇਸ਼ਰ ਨੇ ਜਿਹੜੀਆਂ ਚੀਜ਼ਾਂ ਸਾਡੇ ਤੋਂ ਦੂਰ ਕੀਤੀਆਂ, ਸਾਨੂੰ ਮਨਾ ਕੀਤਾ ਕਿ ਇਹ ਚੀਜ਼ ਨਹੀਂ ਕਰਨੀਆਂ, ਉਹ ਭ੍ਰਿਸ਼ਟ ਆ। ਔਰ ਜਦੋਂ ਉਹਨੂੰ ਅਸੀਂ ਆਪਣੀ ਜ਼ਿੰਦਗੀ ਚ ਆਉਣ ਦੇਵਾਂਗੇ, ਉਹ ਤੁਹਾਨੂੰ ਪੂਰਾ ਭ੍ਰਿਸ਼ਟ ਕਰ। ਬਾਈਬਲ ਕਹਿੰਦਾ ਜੀਭ ਬਹੁਤ ਛੋਟੀ ਜਿਹੀ, ਪਰ ਪੂਰੇ ਸਰੀਰ ਨੂੰ ਪਾਪੀ ਬਣਾ ਜਦੋਂ ਇਹ ਬੋਲਦੀ ਹੈ, ਵਚਨ ਤੋਂ ਬਾਹਰ। ਬਾਈਬਲ ਕਹਿੰਦਾ ਛੋਟੀ ਜਿਹੀ ਚੰਗਿਆੜੀ ਪੂਰੇ ਜੰਗਲ ਨੂੰ ਤਬਾਹ ਕਰਕੇ ਰੱਖ ਦਿੰਦੀ। ਹਾਲੇਲੂਇਆ, ਹਾਲੇਲੂਇਆ। ਕਿੰਨੇ ਸਮਝ ਵੱਖਰੇ ਕੀਤੇ, ਵੱਖਰੇ ਅਲੱਗ ਕੀਤੇ ਹੋਏ ਲੋਕ ਆ। ਪਰਮੇਸ਼ਵਰ ਨੇ ਹਰ ਇੱਕ ਬੰਦੇ ਨੂੰ ਚੁਣਿਆ ਹੈ ਬਾਈਬਲ ਦੇ ਵਿੱਚ, ਉਹਨਾਂ ਨੂੰ ਅਲੱਗ ਕੀਤਾ ਹੋਇਆ। ਚੱਕੀ ਨੂੰ ਖੁਦਾ ਦਾ ਮਿਕਸ ਸੀਗਾ, ਉਹ ਅਲੱਗ ਕੀਤਾ ਹੁੰਦਾ, ਕੀਤਾ ਜਾਂ ਨਹੀਂ ਕੀਤਾ। ਔਰ ਮੇਰੇ ਕੋ ਰੈਫਰੈਂਸ ਇੱਥੇ ਲਿਖੇ ਹੋਇਆ, ਸਮਾਂ ਨਹੀਂ ਹੈ ਕਿ ਮੈਂ ਤੁਹਾਨੂੰ ਦੱਸਾਂ। ਪੌਲਸ ਨੂੰ ਖੁਦਾ ਨੇ ਅਲੱਗ ਕੀਤਾ, ਉਹ ਮਿਕਸ ਸੀਗਾ, ਕੀਤਾ ਕਿ ਨਹੀਂ? ਆਵਾਜ਼ ਦੇ ਕੇ ਅਲੱਗ, ਪਤਰਸ ਨੂੰ ਅਲੱਗ ਕੀਤਾ, ਸਟੀਫਨਸ ਨੂੰ ਅਲੱਗ ਕੀਤਾ, ਫਿਲਿਪਸ ਨੂੰ ਅਲੱਗ ਕੀਤਾ, ਖੁਦਾ ਨੇ ਆਵਾਜ਼ ਦੇ ਕੇ ਅਲੱਗ ਕੀਤਾ।
पर फिर तो ਅਸੀਂ ਕਿ ਯਹੂਦਾ ਨੂੰ ਵੀ ਅਲੱਗ ਕੀਤਾ ਖੁਦਾ ਨੇ, ਫਿਰ ਤੋਂ ਬਣ ਗਿਆ। ਸਮਝ ਰਹੇ ਮੇਰੀ ਗੱਲ? ਖੁਦਾਵੰ ਨੇ ਅਲੱਗ ਕਰਕੇ ਤੁਹਾਨੂੰ ਚਮਕਾਇਆ, ਪੋਲਿਸ਼ ਕੀਤਾ और फिर तो ਅਸੀਂ ਕਹਿੰਦੇ ਨਹੀਂ ਅਸੀਂ ਡਰਦੇ ਹੀ ਰਹਿਣਾ। ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਸਮਝ ਆ ਰਹੀ ਹੈ? ਇਹ ਨਹੀਂ ਹੈ ਕਿ ਦੁੱਖ ਨਹੀਂ ਆਣਾ ਜ਼ਿੰਦਗੀ ਵਿੱਚ, ਆਏਗਾ ਪਰ ਉਹਦੇ ਵਿੱਚ ਖੜੇ ਰਹਿਣਾ, ਖੁਦਾਵੰ ਦੇ ਉੱਪਰ ਭਰੋਸਾ ਰੱਖਣਾ। ਜੋ ਅੱਜ ਰੱਖਦੇ ਆ ਸੁੱਖ ਦੇ ਵਿੱਚ ਔਰ ਦੁੱਖ ਦੇ ਵਿੱਚ ਵੀ ਉਹੀ ਭਰੋਸਾ ਰਹਿਣਾ ਚਾਹੀਦਾ, ਡਗਮਗਾਣਾ ਨਹੀਂ ਚਾਹੀਦਾ। ਔਰ ਜਿਹਦਾ ਵਿਸ਼ਵਾਸ ਡਗਮਗਾ ਗਿਆ ਉਹਦਾ ਸਮਝ ਲਓ ਸਾਰਾ ਜ਼ਿੰਦਗੀ, ਉਹਦਾ ਆਉਣ ਵਾਲਾ ਸਮਾਂ ਵੀ ਡਗਮਗਾ। ਹਾਲੇਲੂਇਆ। ਬਾਈਬਲ ਕਹਿੰਦਾ ਤੁਸੀਂ ਪਰਮੇਸ਼ਵਰ ਦੀਆਂ ਜਿਉਂਦੀਆਂ ਚਿੱਠੀਆਂ ਹੈ। ਅਸੀਂ ਲੋਕਾਂ ਤੱਕ ਜਾਣਾ ਹੈ ਕਿ ਪੜ੍ਹ ਲਓ ਖੁਦਾਵੰ ਤੁਹਾਡੇ ਲਈ ਕੀ ਕਹਿੰਦਾ। ਜਦ ਚਿੱਠੀਆਂ ਹੀ ਬੇਕਾਰ ਹੋ ਜਾਣ, ਚਾਰਾਂ ਦੇ ਉੱਪਰ ਕੁਝ ਲਿਖਿਆ ਹੀ ਨਾ ਜਾਵੇ, ਬੇਕਾਰ ਜਦ तो चिट्ठी का कोई फायदा नहीं। समझ पा रहे हो मेरी गल? कि खुदावंद ਦੀਆਂ ਜਿਉਂਦੀਆਂ ਚਿੱਠੀਆਂ ਔਰ ਇਹਨਾਂ ਦੇ ਉੱਪਰ ਖੁਦਾਵੰਦ ਦੀ ਫੂਸ ਦੇ ਲਹੂ ਦੇ ਨਾਲ ਲਿਖਿਆ ਹੋਇਆ ਮੈਸੇਜ ਪਰਮੇਸ਼ਵਰ ਦੇ ਵੱਲੋਂ ਲੋਕਾਂ ਦੇ, ਸਾਡੇ ਬੱਚਿਆਂ ਦੇ, ਸਾਡੇ ਪਰਿਵਾਰ ਦੇ, ਸਾਰਿਆਂ ਦੇ ਲਈ ਅਸੀਂ ਦਿਖਾਉਣਾ ਔਰ शैतान ਇਹਦੇ ਉੱਪਰ ਪਰਦਾ ਪਾਉਣਾ ਚਾਹੀਦਾ। ਪਾਪ, ਬੁਰਾਈ, ਸੰਸਾਰਿਕ ਇੱਛਾਵਾਂ ਦਾ, ਅਭਿਲਾਸ਼ਾਵਾਂ ਦਾ, ਸਰੀਰਕ ਕਾਮਨਾਵਾਂ ਦਾ ਉਹ ਪਰਦਾ ਪਾ ਦਿੰਦਾ ਹੈ। ਫਿਰ ਕਿਸੇ ਨੂੰ ਕੁਝ ਦਿਖਦਾ ਨਹੀਂ, ਇਹ ਚਿੱਠੀ ਫਿਰ ਰੈਪ ਹੋ ਜਾਂਦੀ ਹੈ। ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਅਸੀਂ ਆਪ ਔਰ ਆਪਣੇ ਆਪ ਨੂੰ ਵੱਖਰਾ ਬਣਾ ਕੇ ਅਗਰ ਖੁਦਾਵੰਦ ਦੇ ਵਿੱਚ ਪੜੇ ਮਿਕਸ ਹੋ ਜਾਓਗੇ ਤਾਂ ਕੰਮ ਖਰਾਬ ਹੋ ਜਾਏਗਾ। ਮਿਕਸ ਹੋ ਜਾਓਗੇ ਤਾਂ ਕੰਮ ਖਰਾਬ ਹੋ ਜਾਏਗਾ। आइए अपनी अखर को बंद करिए।